सत श्री अकाल दोस्तों, स्वागत है ਤੁਹਾਡਾ ਫਤਿਹ ਸਰ ਜੀਐਸ ਕਲਾਸਿਸ ਦੇ YouTube ਚੈਨਲ ਤੇ। ਅੱਜ ਦੀ ਇਸ ਵੀਡੀਓ ਵਿੱਚ ਆਪਾਂ ਦੇਖਾਂਗੇ 26 ਤੇ 27 ਮਈ ਦੇ ਕਰੰਟ ਅਫੇਅਰ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਇੱਕ ਰੈਗੂਲਰ ਕਰੰਟ ਅਫੇਅਰ ਦੀ ਸੀਰੀਜ਼ ਸਟਾਰਟ ਹੋਈ ਹੈ, ਜਿਸ ਦੇ ਵਿੱਚ ਆਪਾਂ ਡੇਲੀ ਦੇ ਕਰੰਟ ਅਫੇਅਰ ਕਵਰ ਕਰ ਰਹੇ ਹਾਂ। ਇਸ ਵੀਡੀਓ ਦੇ ਸੋਰਸਿਸ ਨੇ ਸਾਡੇ ਕੋਲ ਦਾ ਹਿੰਦੂ ਨਿਊਜ਼ਪੇਪਰ, ਇੰਡੀਅਨ ਐਕਸਪ੍ਰੈਸ ਐਂਡ ਟ੍ਰਿਬਿਊਨ ਐਂਡ PIB। ਇਹ ਸੋਰਸਿਸ ਨੇ, ਇਹਨਾਂ ਦੇ ਵਿੱਚੋਂ ਜੋ ਵੀ ਇੰਪੋਰਟੈਂਟ ਨਿਊਜ਼ ਨੇ ਉਹਨਾਂ ਨੂੰ ਅਸੀਂ ਕਲੈਕਟ ਕੀਤਾ ਹੈ ਤੇ ਉਹਦੇ ਅਸੀਂ ਕਰੰਟ ਅਫੇਅਰ ਤਿਆਰ ਕੀਤੇ ਨੇ। ਇਹ ਜੋ ਕਰੰਟ ਅਫੇਅਰ ਨੇ ਬਹੁਤ ਹੀ ਇੰਪੋਰਟੈਂਟ ਰੋਲ ਪਲੇ ਕਰਨਗੇ ਜੋ ਵੀ ਪੰਜਾਬ ਦੇ ਐਗਜ਼ਾਮ ਆਉਣ ਵਾਲੇ ਨੇ। ਜਿਵੇਂ ਕਿ ਐਕਸਾਈਜ਼ ਇੰਸਪੈਕਟਰ ਦੀ ਆਪਾਂ ਗੱਲ ਕਰੀਏ, ਉਹ ਵੀ ਐਗਜ਼ਾਮ ਆਉਣ ਵਾਲਾ ਹੈ। ਇਸ ਦੇ ਨਾਲ ਜੋ ਬੱਚੇ UPSC ਦੀ ਤਿਆਰੀ ਕਰਦੇ ਨੇ, ਉਹਦਾ ਐਗਜ਼ਾਮ IAS ਹੋ ਗਿਆ, ਜਾਂ ਉਹਨਾਂ ਨੇ CDS ਦਾ ਐਗਜ਼ਾਮ ਦੇਣਾ ਆ, CAPF ਦਾ ਐਗਜ਼ਾਮ ਦੇਣਾ ਆ, PPSC ਦੇ ਜਿੰਨੇ ਵੀ ਐਗਜ਼ਾਮ ਆਉਂਦੇ ਆ, ਜਿਵੇਂ ਕਿ PCS ਹੋ ਗਿਆ, ਜਾਂ ਕੋਆਪਰੇਟਿਵ ਇੰਸਪੈਕਟਰ ਦੀ ਗੱਲ ਕਰੀਏ ਉਹ ਵੀ ਐਗਜ਼ਾਮ ਆਉਣ ਵਾਲਾ ਹੀ ਆ, ਪੁਲਿਸ ਦੇ ਐਗਜ਼ਾਮ ਹੋ ਗਏ, ਅਤੇ ਪੰਜਾਬ ਗੌਰਮੈਂਟ ਦੇ ਹੋਰ ਜਿੰਨੇ ਵੀ ਐਗਜ਼ਾਮ ਆਉਣ ਵਾਲੇ ਨੇ ਉਹਨਾਂ ਸਾਰਿਆਂ ਦੇ ਲਈ ਹੀ ਕਰੰਟ ਅਫੇਅਰ ਬਹੁਤ ਜ਼ਰੂਰੀ ਨੇ। ਤੇ ਇਹਨਾਂ ਸਾਰੇ ਐਗਜ਼ਾਮ ਨੂੰ ਟਾਰਗੇਟ ਕਰਕੇ ਹੀ ਅਸੀਂ ਕਰੰਟ ਅਫੇਅਰ 'ਤੇ ਫੋਕਸ ਕੀਤਾ ਆ। ਇਸ ਚੀਜ਼ਾਂ ਨੂੰ ਦੇਖਦੇ ਹੋਏ, ਕਿਉਂਕਿ ਜੋ ਕਰੰਟ ਅਫੇਅਰ ਦਾ ਸਿਨੈਰੀਓ ਆਪਾਂ ਨੈਬ ਤਹਿਸੀਲਦਾਰ ਵਾਲੇ ਐਗਜ਼ਾਮ 'ਚ ਵੀ ਦੇਖਿਆ ਆ, ਕਾਫੀ ਡਿਟੇਲ ਦੇ ਵਿੱਚ ਕਰੰਟ ਅਫੇਅਰ ਆਏ ਆ, ਅਤੇ ਅਸੀਂ 2 ਸੀਰੀਜ਼ ਤਿਆਰ ਕੀਤੀਆਂ ਹੋਈਆਂ ਕਰੰਟ ਅਫੇਅਰ ਦੀਆਂ ਇਹ ਐਗਜ਼ਾਮ ਦੇ ਲਈ। ਇੱਕ ਤਾਂ ਸੀਰੀਜ਼ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ, ਉਹਦੇ ਵਿੱਚ ਡੇਲੀ ਆਪਾਂ ਕਰੰਟ ਅਫੇਅਰ ਦੇਖਦੇ ਹਾਂ। ਇਹਨਾਂ ਕਰੰਟ ਅਫੇਅਰ ਨੂੰ ਆਪਾਂ ਡਿਟੇਲ ਦੇ ਵਿੱਚ ਸਟੱਡੀ ਕਰ ਰਹੇ ਹਾਂ। ਐਂਡ ਜਿਹੜੀ ਦੂਜੀ ਸਾਡੀ ਸੀਰੀਜ਼ ਚੱਲ ਰਹੀ ਹੈ ਉਹ ਹੈਗੀ ਆ ਵੀਕਲੀ। ਉਹਦੇ ਵਿੱਚ ਆਪਾਂ 1 ਲਾਈਨਰ ਕਵਰ ਕਰਦੇ ਹਾਂ। ਤਾਂ ਜੇ ਤੁਸੀਂ ਕਰੰਟ ਅਫੇਅਰ ਨੂੰ ਕਵਰ ਕਰਨਾ ਆ ਜਿੰਨੇ ਵੀ ਐਗਜ਼ਾਮ ਆਉਣ ਵਾਲੇ ਉਹਨਾਂ ਦੇ ਲਈ, ਤਾਂ ਇਹਨਾਂ ਦੋਨਾਂ ਸੀਰੀਜ਼ ਨੂੰ ਬਿਲਕੁਲ ਧਿਆਨ ਨਾਲ ਦੇਖੋ। ਠੀਕ ਹੈ, ਚਲੋ ਸ਼ੁਰੂ ਕਰਦੇ ਹਾਂ। ਅਤੇ ਜੇ ਤੁਸੀਂ ਮੇਰੇ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਵੀਡੀਓ ਨੂੰ ਲਾਈਕ ਜ਼ਰੂਰ ਕਰੋ, ਸ਼ੇਅਰ ਕਰੋ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ, ਅਤੇ ਜੋ ਵੀ ਮੈਂ ਕੁਐਸਚਨ ਪੁੱਟ ਕਰਦਾ ਹਾਂ ਉਹਦਾ ਕਮੈਂਟ ਬਾਕਸ ਦੇ ਵਿੱਚ ਆਨਸਰ ਜ਼ਰੂਰ ਦਿਆ ਕਰੋ। ਚਲੋ ਜੀ, ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ। ਅਤੇ ਜੇ ਤੁਹਾਨੂੰ ਇਸ ਵੀਡੀਓ ਦੀ PDF ਚਾਹੀਦੀ ਆ, ਅਤੇ ਤੁਹਾਨੂੰ ਪਤਾ ਹੀ ਹੈ ਕਿ ਕਿੱਥੇ ਜਾਣਾ ਆ। ਟੈਲੀਗ੍ਰਾਮ ਦਾ ਚੈਨਲ ਹੈ ਜਿਸ ਦਾ ਨਾਮ ਹੈ ਫਤਿਹ ਸਰ, ਅਤੇ ਉਸ ਚੈਨਲ ਦਾ ਜੋ ਲਿੰਕ ਹੈ ਉਹ ਵੀ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜੂਗਾ। ਉੱਥੇ ਜਾਓ ਅਤੇ ਉੱਥੋਂ ਵੀਡੀਓ ਨੂੰ ਡਾਊਨਲੋਡ ਕਰ ਲਓ ਜੀ। ਉੱਥੇ ਵੀਡੀਓ ਮੈਂ ਅਪਲੋਡ ਕਰ ਦੂੰਗਾ, ਤੁਸੀਂ ਉਹਨੂੰ ਡਾਊਨਲੋਡ ਕਰ ਲਿਓ। ਚਲੋ, ਫਸਟ ਨਿਊਜ਼ ਆਪਣੀ ਵਿਜੇ ਸਿੰਗਲਾ ਜੀ ਨਾਲ ਰਿਲੇਟਡ। ਜੇ ਤੁਸੀਂ ਪੰਜਾਬ ਦੇ ਕਿਸੇ ਵੀ ਨਿਊਜ਼ ਚੈਨਲ ਨੂੰ ਦੇਖਿਆ, ਜਾਂ ਤੁਸੀਂ ਜਿਹੜੀਆਂ ਵੱਡੀਆਂ ਨਿਊਜ਼ਪੇਪਰ ਉਹਨਾਂ ਨੂੰ ਦੇਖਿਆ ਹੋਊਗਾ, ਤਾਂ ਫਰੰਟ ਪੇਜ 'ਤੇ ਖਬਰ ਲੱਗੀ ਸੀਗੀ ਵਿਜੇ ਸਿੰਗਲਾ ਜੀ ਦੇ ਦੁਆਰਾ। ਨਿਊਜ਼ ਕੀ ਹੈ ਕਿ ਜੋ ਪੰਜਾਬ ਦੇ ਹੈਲਥ ਮਿਨਿਸਟਰ ਨੇ ਵਿਜੇ ਸਿੰਗਲਾ, ਉਹਨਾਂ ਨੂੰ ਐਂਟੀ ਕਰਪਸ਼ਨ ਬਿਊਰੋ ਨੇ ਅਰੈਸਟ ਕਰ ਲਿਆ ਆ। ਉਹਨਾਂ 'ਤੇ ਚਾਰਜਸ ਲੱਗੇ ਨੇ ਕਰਪਸ਼ਨ ਦੇ। ਠੀਕ ਹੈ ਜੀ, ਅਤੇ ਜਿਹੜੇ ਚਾਰਜਸ ਨੇ ਭਗਵੰਤ ਮਾਨ ਖੁਦ ਜਿਹੜੇ ਆਪਣੇ CM ਨੇ ਉਹਨਾਂ ਨੇ ਲਗਾਏ ਨੇ, ਅਤੇ ਵਿਦ ਪ੍ਰੂਫ ਉਹਨਾਂ ਨੇ ਦੱਸਿਆ ਕਿ ਇਹਨਾਂ ਨੇ ਕਰਪਸ਼ਨ ਵਿੱਚ ਇਨਵੋਲਵਡ ਸੀਗੇ ਇਹ ਮਿਨਿਸਟਰ। ਹੁਣ ਤਾਂ ਇਹ ਹੈਲਥ ਮਿਨਿਸਟਰ ਨਹੀਂ ਰਹੇ, ਹੁਣ ਇਹ ਐਕਸ ਹੈਲਥ ਮਿਨਿਸਟਰ ਹੋ ਗਏ ਨੇ। ਠੀਕ ਆ, ਇਹ ਰਹੇ ਜੀ ਵਿਜੇ ਸਿੰਗਲਾ ਜੀ। ਦੇਖੋ ਵਕਤ ਕਿੱਡੀ ਚੀਜ਼ ਹੈ, ਕਿੱਥੇ ਪੁਲਿਸ ਵਾਲੇ ਇਹਨਾਂ ਦੇ ਅੱਗੇ ਪਿੱਛੇ ਹੁੰਦੇ ਸੀਗੇ, ਹੁਣ ਵੀ ਅੱਗੇ ਪਿੱਛੇ ਹੀ ਹੈ, ਲੇਕਿਨ ਹੁਣ ਹੋਰ ਤਰੀਕੇ ਨਾਲ ਆ। ਠੀਕ ਹੈ ਨਾ, ਅਤੇ ਇਸ ਕਰਕੇ ਵਕਤ ਦਾ ਸਹੀ ਯੂਜ਼ ਕਰਨਾ ਹੀ ਸਾਨੂੰ ਚਾਹੀਦਾ। ਚਲੋ ਅੱਗੇ ਚੱਲਦੇ ਹਾਂ। ਹੁਣ ਆਪਾਂ ਇੱਕ ਥੋੜ੍ਹੀ ਜਿਹੀ ਹਿਸਟੋਰੀਕਲ ਚੀਜ਼ ਦੇਖਿਓ ਕਿ ਜਿਹੜਾ ਪੋਰਟਫੋਲੀਓ ਸਿਸਟਮ ਆ, ਇਹ ਲਾਰਡ ਕੈਨਨ ਨੇ ਸਟਾਰਟ ਕੀਤਾ ਸੀਗਾ ਇੰਡੀਅਨ ਕਾਊਂਸਲ ਐਕਟ 1861 ਤੋਂ। ਠੀਕ ਹੈ, ਤੁਹਾਨੂੰ ਪਤਾ ਹੀ ਹੈ ਕਿ ਜੋ ਵੀ ਨਿਊਜ਼ ਹੁੰਦੀ ਆ ਆਪਾਂ ਉਹਦੀ ਡਿਟੇਲ ਜ਼ਰੂਰ ਦੇਖਦੇ ਹਾਂ, ਤਾਂ ਕਿ ਸਾਡੇ ਕੁਐਸਚਨ ਬਣ ਸਕਣ, ਚਾਹੇ ਉਹ ਡਿਟੇਲ ਹਿਸਟਰੀ ਨਾਲ ਰਿਲੇਟਡ ਹੋਵੇ, ਚਾਹੇ ਉਹ ਡਿਟੇਲ ਐਨਵਾਇਰਨਮੈਂਟ ਨਾਲ ਰਿਲੇਟਡ ਹੋਵੇ, ਅਤੇ ਚਾਹੇ ਉਹ ਡਿਟੇਲ ਸਾਡੀ ਕਿਸੇ ਐਨਵਾਇਰਨਮੈਂਟ ਦੇ ਜਾਂ ਇਕੋਨਮੀ ਦੇ ਟੌਪਿਕ ਨਾਲ ਮਿਲਦੀ ਜੁਲਦੀ ਹੋਵੇ। ਅਤੇ ਜੋ ਪੋਰਟਫੋਲੀਓ ਸਿਸਟਮ ਆ, ਜਿਵੇਂ ਆਪਾਂ ਹੁਣੇ ਦੇਖਿਆ, ਇਹ ਲਾਰਡ ਕੈਨਨ ਨੇ ਸ਼ੁਰੂ ਕੀਤਾ ਸੀਗਾ, ਅਤੇ ਇਹ ਹੋਇਆ ਸੀਗਾ ਕਾਊਂਸਲ ਐਕਟ ਜਿਹੜਾ ਆਪਣਾ 1861 ਉਹਦੇ ਵਿੱਚ। ਹੁਣ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਇਹ ਦੱਸਣਾ ਕਿ ਜੋ ਲਾਰਡ ਕੈਨਨ ਨੇ, ਇਹਨਾਂ ਦਾ ਟਾਈਮ ਪੀਰੀਅਡ ਕਿੰਨਾ ਸੀਗਾ, ਇਹ ਇੰਡੀਆ ਦੇ ਵਿੱਚ ਕਿੰਨਾ ਟਾਈਮ ਗਵਰਨਰ ਜਨਰਲ ਆਫ ਇੰਡੀਆ ਰਹੇ, ਅਤੇ ਵਾਇਸਰਾਏ ਕਿੰਨਾ ਰਹੇ ਆ। ਠੀਕ ਹੈ, ਇਹ ਤੁਸੀਂ ਮੈਨੂੰ ਡਿਟੇਲ 'ਚ ਦੱਸਣਾ ਆ। ਉਦੋਂ ਬਾਅਦ ਆਪਣੇ ਕੋਲ ਇੱਕ ਜੱਜਮੈਂਟ ਆਈ ਹੈ ਜੀ, SR ਚੌਹਾਨ ਵਰਸਸ ਸਟੇਟ ਆਫ ਪੰਜਾਬ। ਇੱਕ ਕੇਸ ਸੀਗਾ, ਇਹਦੇ ਵਿੱਚ ਜੱਜਮੈਂਟ ਆਈ ਆ। ਇਹ ਜੱਜਮੈਂਟ ਕਾਹਦੇ ਨਾਲ ਰਿਲੇਟਡ ਆ? ਇਹ ਰਿਲੇਟਡ ਆ ਜੀ ਅਪੋਇੰਟਮੈਂਟ ਦੇ ਨਾਲ ਰਿਲੇਟਡ। ਜਿਵੇਂ ਸਾਨੂੰ ਪਤਾ ਆ ਵੀ ਕੋਈ ਵੀ ਇੱਦਾਂ ਦਾ ਮੈਂਬਰ ਜਿਹੜਾ ਕਿਸੇ ਹਾਊਸ ਦਾ ਜਿਹੜਾ ਮੈਂਬਰ ਨਹੀਂ ਹੈਗਾ, ਕੋਈ ਇੱਦਾਂ ਦਾ ਆਦਮੀ ਇਨਸਾਨ ਜੋ ਕਿਸੇ ਹਾਊਸ ਦਾ ਮੈਂਬਰ ਨਹੀਂ ਹੈਗਾ, ਉਹ ਕੋਈ ਵੀ ਮਿਨਿਸਟਰ ਬਣ ਸਕਦਾ ਆ, ਕਾਊਂਸਲ ਆਫ ਮਿਨਿਸਟਰ ਵੀ ਬਣ ਸਕਦਾ, ਅਤੇ CM ਵੀ ਬਣ ਸਕਦਾ ਆ ਫੋਰ ਦਾ 6 ਮੰਥ। ਠੀਕ ਹੈ, ਇਟ ਮੀਨਸ ਕੋਈ ਇੱਦਾਂ ਦਾ ਇਨਸਾਨ ਜਿਹੜਾ ਇਲੈਕਸ਼ਨ ਵਿੱਚ ਨਹੀਂ ਜਿੱਤਿਆ, ਜਾਂ ਉਹਨੇ ਇਲੈਕਸ਼ਨ ਵਿੱਚ ਪਾਰਟੀਸਪੇਟ ਹੀ ਨਹੀਂ ਕੀਤਾ, ਤਾਂ ਉਹ ਬੰਦਾ ਵੀ ਮਿਨਿਸਟਰ ਬਣ ਸਕਦਾ ਹੈ ਫੋਰ ਦਾ 6 ਮੰਥ ਮੈਕਸੀਮਮ ਟਾਈਮ ਆ। ਅਤੇ ਇਸ ਜੱਜਮੈਂਟ ਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਜੋ ਬੰਦਾ ਇੱਕ ਵਾਰ ਇੱਦਾਂ ਅਪੋਇੰਟ ਕਰ ਦਿੱਤਾ ਗਿਆ, ਉਹਦਾ ਰੀਅਪੋਇੰਟਮੈਂਟ ਨਹੀਂ ਹੋ ਸਕਦੀ। ਠੀਕ ਹੈ, ਇੱਕ ਵਾਰ ਹੀ ਆਊਗਾ, ਦੂਜੀ ਵਾਰ ਉਹਦੀ ਰੀਅਪੋਇੰਟਮੈਂਟ ਨਹੀਂ ਹੋ ਸਕਦੀ। ਇਸ ਦੇ ਲਈ ਉਹਨੂੰ ਇਲੈਕਸ਼ਨ ਲੜਨਾ ਪਊਗਾ। ਅਤੇ ਮਤਲਬ ਆ ਕਿ ਇੱਕ ਵਾਰ ਹੀ ਅਪੋਇੰਟਮੈਂਟ ਹੋ ਸਕਦੀ ਆ। ਬਹੁਤ ਇੰਪੋਰਟੈਂਟ ਪੁਆਇੰਟ ਹੈ, ਇਹਨੂੰ ਅਸੀਂ ਯਾਦ ਰੱਖਣਾ। ਠੀਕ ਹੈ, ਇਹ ਜੋ ਪੁਆਇੰਟ ਮੈਂ ਦੱਸ ਰਿਹਾ ਇਸ ਕਰਕੇ ਆ ਕਿਉਂਕਿ ਜੋ ਸਾਡੀ ਇੱਕ ਮਿਨਿਸਟਰ ਆ ਉਹ ਫੜੇ ਗਏ ਆ, ਅਤੇ ਮਿਨਿਸਟਰ ਜੋ ਵਰਡ ਆ, ਜਾਂ ਆਪਾਂ ਕਹਿ ਲਈਏ ਕਾਊਂਸਲ ਆਫ ਮਿਨਿਸਟਰ ਆ, ਉਹ ਨਿਊਜ਼ ਦੇ ਵਿੱਚ ਆ ਗਿਆ। ਉਹਦੀ ਡਿਟੇਲਿੰਗ ਦੇਖ ਰਹੇ ਆਪਾਂ।
ਸਟੇਟ ਦੇ ਨਾਲ ਰਿਲੇਟਡ ਆਰਟੀਕਲ 163 ਅਤੇ 164 ਆ, ਜੋ ਕਾਉਂਸਲ ਆਫ ਮਿਨਿਸਟਰ ਨਾਲ ਰਿਲੇਟ ਕਰਦਾ, ਉਹਨਾਂ ਦੇ ਅਪੋਇੰਟਮੈਂਟ ਦੇ ਨਾਲ ਰਿਲੇਟਡ ਕਰਦਾ, ਉਹਨਾਂ ਦੇ ਟੈਨਿਓਰ ਦੇ ਨਾਲ ਰਿਲੇਟ ਕਰਦਾ, ਉਹਨਾਂ ਦੀ ਰਿਸਪੌਂਸਿਬਿਲਟੀਜ਼ ਦੇ ਨਾਲ ਅਤੇ ਉਹਨਾਂ ਦੀ ਕੁਆਲੀਫਿਕੇਸ਼ਨ ਵਗੈਰਾ, ਓਥ ਵਗੈਰਾ ਉਹਨਾਂ ਦੇ ਨਾਲ ਇਹ ਰਿਲੇਟ ਕਰਦਾ। ਜਿਵੇਂ ਕਿ ਆਰਟੀਕਲ 163 ਕੀ ਕਹਿੰਦਾ ਆ ਕਿ ਜੋ ਕਾਉਂਸਲ ਆਫ ਮਿਨਿਸਟਰ ਆ ਹੈਡਡ ਬਾਏ CM, ਉਹ ਹਨ ਗਵਰਨਰ ਨੂੰ ਐਡਵਾਈਸ ਦੇਣ ਦੇ ਲਈ, ਠੀਕ ਹੈ ਜੀ, ਮਤਲਬ ਉਹ ਗਵਰਨਰ ਨੂੰ ਐਡਵਾਈਸ ਦੇਣਗੇ। ਤੇ ਆਰਟੀਕਲ 164 ਕੀ ਕਹਿ ਰਿਹਾ ਆ ਕਿ ਇਹਨਾਂ ਦੀ ਅਪੋਇੰਟਮੈਂਟ ਕੌਣ ਕਰੂਗਾ, ਜਿਵੇਂ ਕਿ CM ਹੋ ਗਿਆ, ਕਾਉਂਸਲ ਆਫ ਮਿਨਿਸਟਰ ਹੋ ਗਿਆ, ਉਹ ਪੂਰੀ ਡਿਟੇਲ ਸਾਨੂੰ ਆਰਟੀਕਲ 164 ਦੇ ਵਿੱਚ ਮਿਲਦੀ ਆ। ਇਹ ਹੈਗਾ ਆਪਣੇ ਸਟੇਟ ਗੌਰਮੈਂਟ ਦੇ ਨਾਲ ਰਿਲੇਟਡ। ਤੁਸੀਂ ਕਮੈਂਟ ਬਾਕਸ ਦੇ ਵਿੱਚ ਮੈਨੂੰ ਦੱਸੋ ਕਿ ਸੈਂਟਰ ਗੌਰਮੈਂਟ ਦੇ ਲਈ ਸੇਮ ਆਰਟੀਕਲਸ ਕਿਹੜੇ ਨੇ, ਠੀਕ ਹੈ, ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਆਨਸਰ ਦੱਸਣਾ। ਚਲੋ ਅੱਗੇ ਚੱਲਦੇ ਆਪਾਂ। ਇੱਕ ਸਾਡੇ ਕੋਲ 91st ਅਮੈਂਡਮੈਂਟ ਆ, 2003 ਵਿੱਚ ਅਮੈਂਡਮੈਂਟ ਹੋਈ ਸੀਗੀ। ਇਹਦੇ ਵਿੱਚ ਇਹ ਦੱਸਿਆ ਗਿਆ ਕਿ ਜਿਹੜਾ ਨੰਬਰ ਆਫ ਕਾਉਂਸਲ ਆਫ ਮਿਨਿਸਟਰ ਆ, ਜਿਹੜੇ ਟੋਟਲ ਨੰਬਰ ਆਫ ਮਿਨਿਸਟਰਸ ਹੁੰਦੇ ਆ ਇਨਕਲੂਡਿੰਗ ਚੀਫ ਮਿਨਿਸਟਰ, ਇਹ ਸਟੇਟ ਦੇ ਲਈ ਵੀ ਆ ਅਤੇ ਸੈਂਟਰ ਦੇ ਲਈ ਵੀ ਆ, ਦੋਨਾਂ ਦੇ ਲਈ ਆ ਜੀ, ਕਿ ਉਹਨਾਂ ਦਾ ਨੰਬਰ ਜਿਹੜਾ ਉਹ 15% ਤੋਂ ਵੱਧ ਨਹੀਂ ਸਕਦਾ, 15% ਤੋਂ ਜ਼ਿਆਦਾ ਨਹੀਂ ਹੋ ਸਕਦਾ। ਇਹ ਮੈਕਸਿਮਮ ਨੰਬਰ ਆ ਇਨਕਲੂਡਿੰਗ CM ਸਟੇਟ ਦੇ ਵਿੱਚ ਅਤੇ ਇਨਕਲੂਡਿੰਗ PM ਸੈਂਟਰ ਦੇ ਵਿੱਚ। ਚਲੋ ਅੱਗੇ ਚੱਲਦੇ ਹਾਂ, ਠੀਕ ਹੈ ਜੀ। ਜਿਹੜਾ CM ਹੁੰਦਾ ਆ ਉਹਦੀ ਅਪੋਇੰਟਮੈਂਟ ਕੀਤੀ ਜਾਂਦੀ ਆ ਗਵਰਨਰ ਦੇ ਦੁਆਰਾ, ਜੋ CM ਹੁੰਦੇ ਆ ਉਹਦੀ ਅਪੋਇੰਟਮੈਂਟ ਕੀਤੀ ਜਾਂਦੀ ਆ ਗਵਰਨਰ ਦੇ ਦੁਆਰਾ, ਅਤੇ ਜੋ ਬਾਕੀ ਮਿਨਿਸਟਰਸ ਹੁੰਦੇ ਆ ਉਹਨਾਂ ਨੂੰ ਵੀ ਅਪੋਇੰਟ ਕੌਣ ਕਰਦਾ, ਗਵਰਨਰ ਹੀ ਕਰਦਾ, ਲੇਕਿਨ ਕਿਸ ਦੀ ਐਡਵਾਈਸ 'ਤੇ ਜੀ, CM ਦੀ ਐਡਵਾਈਸ 'ਤੇ। ਜੋ ਨਾਮ ਦੀ ਰਿਕਮੈਂਡੇਸ਼ਨ CM ਨੇ ਦਿੱਤੀ ਗਵਰਨਰ ਨੂੰ, ਉਹਨਾਂ ਨੂੰ ਹੀ ਅਪੋਇੰਟ ਕਰੂਗਾ ਗਵਰਨਰ, ਠੀਕ ਹੈ। ਇੱਥੇ CM ਦੀ ਰਿਕਮੈਂਡੇਸ਼ਨ ਬਹੁਤ ਜ਼ਰੂਰੀ ਆ। ਉਸ ਤੋਂ ਬਾਅਦ ਜਿਹੜੇ ਮਿਨਿਸਟਰ ਹੁੰਦੇ ਆ ਉਹ ਆਪਣਾ ਆਫਿਸ ਉਦੋਂ ਤੱਕ ਹੀ ਹੋਲਡ ਕਰਕੇ ਰੱਖ ਸਕਦੇ ਆ ਜਦੋਂ ਤੱਕ ਗਵਰਨਰ ਦੀ ਪਲੇਜ਼ਰ ਆ, ਮਤਲਬ ਦੇ ਕੈਨ ਹੋਲਡ ਦੇਅਰ ਆਫਿਸ ਅਪ ਟੂ ਦਾ ਪਲੇਜ਼ਰ ਆਫ ਗਵਰਨਰ। ਇਹ ਵੀ ਅਸੀਂ ਯਾਦ ਰੱਖਣਾ। ਮਿਨਿਸਟਰਸ ਦਾ ਕੋਈ ਟੈਨਿਓਰ ਫਿਕਸ ਨਹੀਂ ਹੁੰਦਾ, ਨਾ ਹੀ CM ਦਾ, ਨਾ ਹੀ PM ਦਾ, ਨਾ ਹੀ ਮਿਨਿਸਟਰਸ ਦਾ। ਸਟੇਟ ਦੇ ਵਿੱਚ ਇਹ ਗਵਰਨਰ ਦੀ ਪਲੇਜ਼ਰ 'ਤੇ ਹੁੰਦੇ ਆ ਅਤੇ ਸੈਂਟਰ ਦੇ ਵਿੱਚ ਇਹ ਪ੍ਰੈਜ਼ੀਡੈਂਟ ਦੀ ਪਲੇਜ਼ਰ 'ਤੇ ਹੁੰਦੇ ਆ, ਠੀਕ ਹੈ। ਅਤੇ ਜਿਹੜੀ ਮਿਨਿਸਟਰ ਦੇ ਲਈ ਜੋ ਪਲੇਜ਼ਰ ਆ ਉਹ ਕਿਹਦੀ ਕੰਸੈਂਟ ਦੇ ਰਿਲੇਟ ਕਰਦੀ ਆ, CM ਦੀ ਕੰਸੈਂਟ 'ਤੇ, ਮਤਲਬ ਗਵਰਨਰ ਆਪਦੀ ਮਰਜ਼ੀ ਨਾਲ ਨਹੀਂ ਹਟਾ ਸਕਦਾ ਜਦੋਂ ਤੱਕ CM ਨਹੀਂ ਕਹਿੰਦਾ, ਠੀਕ ਹੈ। ਜਦੋਂ CM ਕਹੂਗਾ ਉਦੋਂ ਹੀ ਗਵਰਨਰ ਇਹਨਾਂ ਮਿਨਿਸਟਰਸ ਨੂੰ ਹਟਾਊਗਾ। ਅਤੇ ਜੇ CM ਨਹੀਂ ਚਾਹੁੰਦਾ ਕਿ ਕੋਈ ਬੰਦਾ ਕੰਮ ਕਰੇ ਤਾਂ ਉਹ ਆਪਦੀ ਪੋਸਟ 'ਤੇ ਨਹੀਂ ਰਹਿ ਸਕਦਾ, ਉਹਨੂੰ ਹਟਣਾ ਹੀ ਪੈਂਦਾ, ਉਹਨੂੰ ਗਵਰਨਰ ਹਟਾ ਦਿੰਦਾ ਹੁੰਦਾ ਜੀ, ਠੀਕ ਹੈ। ਚਲੋ ਨੈਕਸਟ ਨਿਊਜ਼ ਆਪਣੇ ਕੋਲੋਂ ਗਿਆਨ ਵਾਪੀ, ਜੋ ਮਸਜਿਦ ਦੇ ਰਿਲੇਟਡ ਕਾਫੀ ਨਿਊਜ਼ ਤੁਸੀਂ ਸੁਣੀ ਹੋਣੀ ਆ, ਬਹੁਤ ਚਰਚਾ ਦੇ ਵਿੱਚ ਆ, ਡੇਲੀ ਇੱਥੇ ਡਿਸਕਸ਼ਨ ਹੁੰਦੀ ਆ TV ਦੇ ਵਿੱਚ, ਅਤੇ ਮੈਂ ਸੋਚਿਆ ਵੀ ਇਹਦੀ ਵੀ ਆਪਾਂ ਡਿਟੇਲ ਦੇਖ ਲਈਏ। ਗਿਆਨ ਵਾਪੀ ਮਸਜਿਦ ਸਾਨੂੰ ਪਤਾ UP ਦੇ ਵਿੱਚ ਆ। ਇਹਦੇ ਰਿਲੇਟਡ ਇੱਕ ਹੋਰ ਨਿਊਜ਼ ਆਈ ਸੀਗੀ ਕਿ ਰਤਨ ਲਾਲ ਜੀ ਨੇ, ਜਿਹੜੇ ਕਿ ਇੱਕ ਦਲਿਤ ਐਕਟਿਵਿਸਟ ਸੀਗੇ, ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਕਿ ਉਹਨਾਂ ਨੇ ਕੋਈ ਓਬਜੈਕਸ਼ਨੇਬਲ ਪੋਸਟ ਪਾਈ ਸੀਗੀ ਗਿਆਨ ਵਾਪੀ ਮੋਸਕ ਦੇ ਰਿਲੇਟਡ, ਠੀਕ ਹੈ। ਪੋਸਟ ਪਾਈ ਅਤੇ ਉਹਨਾਂ ਨੂੰ ਫੜ ਲਿਆ ਗਿਆ। ਹੁਣ ਜਦੋਂ ਉਹਨਾਂ ਨੂੰ ਫੜਿਆ ਗਿਆ ਤਾਂ ਉਹਨਾਂ 'ਤੇ ਚਾਰਜਸ ਕੀ ਲੱਗੇ, ਉਸ ਤੋਂ ਪਹਿਲਾਂ ਜਿਹੜੀ ਇਹ ਹੈ ਜੀ ਗਿਆਨ ਵਾਪੀ ਮੋਸਕ ਮਸਜਿਦ ਦੀ ਆਪਾਂ ਗੱਲ ਕਰਦੇ ਹਾਂ। ਇਸ਼ੂ ਕੀ ਆ ਕਿ ਕੁਛ ਜੋ ਆਪਣੇ ਹਿੰਦੂ ਰਿਲੀਜਨ ਦੇ ਲੋਕ ਨੇ, ਉਹਨਾਂ ਨੇ ਇਹ ਕਲੇਮ ਕੀਤਾ ਕਿ ਇੱਥੇ ਪਹਿਲਾਂ ਮੰਦਿਰ ਹੁੰਦਾ ਸੀਗਾ, ਉਹਨੂੰ ਤੋੜ ਕੇ ਮਸਜਿਦ ਬਣਾਈ ਗਈ ਹੈ। ਅਤੇ ਜੋ ਮੁਸਲਿਮ ਆਪਣੀ ਕਮਿਊਨਿਟੀ ਆ ਉਹ ਕਹਿ ਰਹੀ ਹੈ ਕਿ ਨਹੀਂ ਜੀ ਇਹ ਪਹਿਲਾਂ ਤੋਂ ਹੀ ਮਸਜਿਦ ਸੀਗੀ, ਇੱਦਾਂ ਦਾ ਕੁਛ ਨਹੀਂ ਹੋਇਆ, ਇਸ ਰਿਲੇਟਡ ਕੇਸ ਚੱਲ ਰਿਹਾ, ਠੀਕ ਆ। ਉਹ ਚਲੋ ਅਦਾਲਤ ਦੇ ਵਿੱਚ ਕੇਸ ਆ, ਅਦਾਲਤ ਦੱਸੂਗੀ ਕੀ ਆ, ਆਪਾਂ ਅੱਗੇ ਚੱਲਦੇ ਹਾਂ। ਹੁਣ ਜਿਹੜੇ ਇਹ ਆਪਣੇ ਰਤਨ ਲਾਲ ਜੀ ਫੜੇ ਗਏ ਨੇ, ਉਹ ਕੇਸ ਦੇ ਅੰਡਰ ਫੜੇ ਗਏ ਨੇ, ਉਹਨਾਂ ਉੱਤੇ 2 ਚਾਰਜਸ ਲੱਗੇ ਨੇ, ਇੱਕ ਤਾਂ ਸੈਕਸ਼ਨ 153 ਅਤੇ ਦੂਜਾ ਸੈਕਸ਼ਨ 295। ਇਹ IPC ਦੀਆਂ ਦੋਨੇ ਹੀ ਧਾਰਾਵਾਂ ਨੇ ਜੋ ਕਿ ਉਹਨਾਂ 'ਤੇ ਲੱਗੀਆਂ ਨੇ, ਠੀਕ ਹੈ। ਹੁਣ ਆਪਾਂ ਡਿਟੇਲ ਦੇਖਦੇ ਹਾਂ। ਜੋ IPC 153 ਕੀ ਆ, ਇਹਦੇ ਵਿੱਚ ਕਿਹਾ ਗਿਆ ਕਿ ਇਹ ਮਤਲਬ ਕਿ ਕੋਈ ਇੱਦਾਂ ਦਾ ਬਿਆਨ ਦੇ ਦੇਣਾ ਜਿਹਦੇ ਨਾਲ ਜਿਹੜੇ ਡਿਫਰੈਂਟ ਗਰੁੱਪਸ ਨੇ ਉਹਨਾਂ ਦੇ ਵਿੱਚ, ਜਾਂ ਰਿਲੀਜਨ ਦੀ ਗੱਲ ਕਰ ਲਈ, ਅਲੱਗ-ਅਲੱਗ ਰਿਲੀਜਨ ਨੇ, ਰੇਸ ਨੇ, ਜੋ ਬਰਥ ਆਫ ਪਲੇਸ ਜਿਹਨਾਂ ਦਾ ਅਲੱਗ-ਅਲੱਗ ਹੈ, ਰੈਜ਼ੀਡੈਂਸ ਅਲੱਗ-ਅਲੱਗ ਨੇ, ਇੱਦਾਂ ਦੀ ਕੋਈ ਗੱਲ ਕਰ ਦੇਣੀ ਕਿ ਉਹਨਾਂ ਵਿੱਚ ਡਿਵੀਜ਼ਨ ਪੈ ਜਾਵੇ, ਲੜਾਈ ਹੋਣ ਦਾ ਖਤਰਾ ਵੱਧ ਜਾਵੇ, ਠੀਕ ਹੈ। ਤਾਂ ਇਸ ਕਰਕੇ ਇਹ ਜਿਹੜਾ 153 ਸੈਕਸ਼ਨ ਇਹਨੂੰ ਇੰਪਲੀਮੈਂਟ ਕੀਤਾ ਜਾਂਦਾ ਤਾਂ ਕਿ ਅਸੀਂ ਹਾਰਮਨੀ ਬਣਾ ਕੇ ਰੱਖ ਸਕੀਏ ਅਲੱਗ-ਅਲੱਗ ਗਰੁੱਪਸ ਦੇ ਵਿੱਚ, ਜਿਵੇਂ ਉਹ ਰਿਲੀਜੀਅਸ ਗਰੁੱਪ ਹੋ ਸਕਦੇ ਆ, ਰੇਸਿਸ ਗਰੁੱਪ ਹੋ ਸਕਦੇ ਆ, ਇੱਦਾਂ ਦੇ ਗਰੁੱਪ ਜੋ ਇੱਕ ਜਗ੍ਹਾ ਜਨਮ ਲਿਆ, ਦੂਜੇ ਨੇ ਦੂਜੀ ਜਗ੍ਹਾ ਜਨਮ ਲਿਆ, ਜਿਵੇਂ ਆਪਾਂ ਕਹਿੰਦੇ ਸਟੇਟ ਦੇ ਵਾਈਜ਼ ਕੁਛ ਇੱਦਾਂ ਦੇ, ਸੇਮ ਰੈਜ਼ੀਡੈਂਸ ਦੇ ਨਾਲ ਰਿਲੇਟਡ ਹੋ ਸਕਦਾ, ਲੈਂਗੁਏਜ ਦੇ ਨਾਲ ਰਿਲੇਟਡ ਹੋ ਸਕਦਾ, ਕਾਸਟ ਹੋ ਗਿਆ, ਕਮਿਊਨਿਟੀ ਹੋ ਗਿਆ। ਮੀਨਸ ਆ ਕਿ ਲੋਕਾਂ ਵਿੱਚ ਸਦਾ ਹੀ ਜੋ ਬ੍ਰਦਰਹੁੱਡਨੈਸ ਦੀ ਫੀਲਿੰਗ ਆ ਉਹ ਰਹੇ, ਆਪਸ ਵਿੱਚ ਉਹਨਾਂ ਦੇ ਵਿੱਚ ਵਿਤਕਰਾ ਨਾ ਪਵੇ, ਇਹ ਸਾਡੀ ਰਿਸਪੌਂਸੀਬਿਲਟੀ ਆ। ਅਤੇ ਜੇ ਕੋਈ ਇੱਦਾਂ ਦੀ ਸਟੇਟਮੈਂਟ ਦਿੰਦਾ ਆ ਤਾਂ ਉਹਦੇ 'ਤੇ ਸੈਕਸ਼ਨ 153 IPC ਦਾ ਲੱਗ ਜਾਂਦਾ। ਅਤੇ ਜੋ ਦੂਜਾ ਸਾਡੇ ਕੋਲੇ ਲੱਗਾ ਸੈਕਸ਼ਨ ਉਹ ਹੈਗਾ ਜੀ 295, ਇਹ ਵੀ IPC ਦਾ ਆ। ਇਹ ਰਿਲੀਜਨ ਦੇ ਨਾਲ ਰਿਲੇਟਡ ਆ ਕਿ ਜਦੋਂ ਕੋਈ ਇਨਸਾਨ ਇਨਸਲਟ ਕਰਦਾ ਕਿਸੇ ਰਿਲੀਜਨ ਦੀ, ਉਹ ਪਰਸਨ ਹੋ ਸਕਦਾ, ਉਹ ਆਪਣੀ ਨੌਲੇਜ ਦੇ ਨਾਲ ਹੋ ਸਕਦਾ ਆ, ਜਾਂ ਕਿਸੇ ਵੀ ਤਰ੍ਹਾਂ ਕੋਈ ਡੈਮੇਜ ਕਰਦਾ ਕਿਸੇ ਦੇ ਰਿਲੀਜਨ ਨੂੰ, ਕਿਸੇ ਦੇ ਰਿਲੀਜਨ ਦੇ ਸੈਂਟੀਮੈਂਟ ਨੂੰ ਡੈਮੇਜ ਕਰਦਾ ਆ, ਜੋ ਇੰਟੈਂਸ਼ਨਲੀ ਜਾਂ ਅਨਇੰਟੈਂਸ਼ਨਲੀ ਜੋ ਵੀ ਹੁੰਦਾ ਆ, ਉਹਦੇ 'ਤੇ ਫਿਰ 295 ਸੈਕਸ਼ਨ ਲੱਗਦਾ ਆ, ਠੀਕ ਹੈ। ਯਾਦ ਰੱਖਿਓ 153 ਤੇ
295 बहुत इंपॉर्टेंट ये सैक्शनस ने, न्यूज़ ਵਿੱਚ बहुत ਰਹਿੰਦੇ ਨੇ ਤਾਂ ਕਰਕੇ ਮੈਂ ਇਹਨਾਂ ਦੀ डिटेल करवाई आ। ठीक है, चलो जी अगे देखते हैं आप। नैक्सट न्यूज़ अपने को इंटरस्टेट काउंसल की, यह भी न्यूज़ के इंटरस्टेट काउंसल क्यों, क्योंकि जो इंटरस्टेट काउंसल आ यदी रीकॉन्स्टिट्यूट हुई है विद द पीएम ये बने आ चेयरमैन और जो बाकी मैंबरस ने आप अगे देख लें। हुण इत्थे असीं ये देखना कि जिहड़ी इंटरस्टेट काउंसल आ एक कॉन्स्टिट्यूशनल बॉडी आ जो कि आर्टिकल 273 के अंडर आउंदी आ। इहदा आर्टिकल बहुत इंपॉर्टेंट आ, असीं याद रखना। ठीक है जी, इस जिहड़ी बॉडी नूं कॉन्स्टिट्यूट किया जाता प्रेजिडेंट के द्वारा, प्रेजिडेंट इहनूं बनाउंदा आ ते प्रेजिडेंट इस आर्टिकल के अंडर इहनूं बनाऊगा। आर्टिकल है अपने को 273। ठीक है, तो किहड़ी बॉडी है जी, ये कॉन्स्टिट्यूशनल बॉडी आ। हुण तुसीं मैनूं ये दसना कि जो कॉन्स्टिट्यूशनल बॉडीज़ हुंदी आ, एक साडे कोल एग्जीक्यूटिव बॉडी हुंदी आ एंड एक साडे कोल हुंदी आ जी स्टैचूटरी बॉडी। तीन तरह दी बॉडीज़ अपने को, कॉन्स्टिट्यूशन बॉडी, स्टैचूटरी बॉडी एंड एग्जीक्यूटिव बॉडी। मैं दसूँगा थोनों इन्हां विच डिफरेंस की आ ते तुसीं मैनूं एक एक एग्जाम्पल इन्हां दी देनी आ। कमेंट बॉक्स में जरूर दस्सिओ। कॉन्स्टिट्यूशन बॉडीज़ वो बॉडीज़ होंदियां ने जो किसी कॉन्स्टिट्यूशन के आर्टिकल के अंडर बनदियां, मीनस कि कॉन्स्टिट्यूशन में मैंशन किया गया आ तो वो दसदे आ। चलो मैं एग्जाम्पल दे देना, साडे कोल हैगा जी इलैक्शन कमीशन ऑफ इंडिया। ठीक है, वो साडी कॉन्स्टिट्यूशन बॉडी आ। दूजी अपने कोल हुंदी आ स्टैचूटरी बॉडी, इदां दी बॉडी जो किसी लॉ के अंडर बनती आ, मतलब इस बॉडी के बारे किसी लॉ के मैंशन किया गया कि ये बॉडी बनूगी। ठीक है, वो हुंदी साडे कोल स्टैचूटरी बॉडी। गल कर लैंदे आपां NGT की। ठीक है, नैशनल ग्रीन ट्रिब्यूनल, ये साडी एक स्टैचूटरी बॉडी आ। तीजी अपने कोल हैगी एग्जीक्यूटिव बॉडी, इदां दी बॉडी जो गौरमेंट के नोटिफिकेशन के अंडर बनती है, उन्होंने असीं कहने एग्जीक्यूटिव बॉडी। ठीक है, यदी एग्जाम्पल आ नीति आयोग। हुण एक एक एग्जाम्पल मैं देती आ, एक एक एग्जाम्पल तुसीं मैनूं कमेंट बॉक्स दे विच जरूर दसणी आ। तेनूं ध्यान नाल पढ़ लिओ, काफ़ी इंपॉर्टेंट आ। हालांकि पॉलिटी का कंसैप्ट आ लेकिन आया सीगा ते मैं तुहानूं कवर करवा दित्ता। चलो अगे चलते हैं जी। जिहड़ी ये आपां गल करिए इस बॉडी की, हालांकि एक कॉन्स्टिट्यूशन बॉडी है लेकिन ये परमानेंट नहीं हैगी। ठीक है कॉन्स्टिट्यूशन नहीं आ, नॉन परमानेंट कॉन्स्टिट्यूशन बॉडी आ जो कि स्टेट्स दे विच कोआर्डीनेशन के लिए बनाई गई है ताकि स्टेट दे विच कोआर्डीनेशन बनिया रहे तो सेंटर दे नाल। ठीक है, सेंटर स्टेट मिल के काम करन, इस करके यह बॉडी बनाई गई सी। जिवें मैं पहलां दस्सिया कि प्रेजिडेंट इहदी एस्टैबलिशमेंट करदा आ, जदों उहनूं लगदा इंपॉर्टेंट टाइम आ उदों इहदी ओह एस्टैबलिशमेंट कर दिंदा। चलो जी, जे आप इहदी कंपोजिशन की गल करिए तो जिहड़ा हैड हुंदा इस इंटरस्टेट काउंसल का हुंदा अपने कोले PM। ये बहुत इंपॉर्टेंट आ, बड़ी बार एग्जाम पूछा गया कि इहदे हैड कौन हुंदे आ जी, कौन है, प्राइम मिनिस्टर। जे मैंबरस की गल करिए तो जो चीफ मिनिस्टर हुंदे आ अलग अलग स्टेट के, जां ऐसियां यूनियन टैरेटरी जिथे असैंबली आ उत्थे दे जिहड़े हैड हुंदे आ CM हुंदे आ, वो भी इहदे मैंबर हुंदे आ। ठीक है, एग्जाम्पल के लिए अपने कोले 28 स्टेट्स ने, उन्हां दे CM प्लस इदां दियां 2 यूनियन टैरेटरीज़ ने जिथे CM ने पुडुचेरी एंड दिल्ली, उन्हां दे CM भी इहदे मैंबर होणगे। इहदे नाल नाल इदां दियां यूनियन टैरेटरीज़ जिथे एडमिनिस्ट्रेटर ने, चंडीगढ़ का एडमिनिस्ट्रेटर हो गया, वो भी इहदा मैंबर होऊगा। कुछ इदां दियां स्टेट जिहड़ियां कि प्रेजिडेंट रूल के अंडर, हालांकि एट प्रेजेंट साडे कोल अपने भी हैगियां जम्मू एंड कश्मीर वगैरह जां कोई होर भी होवे इदां दी, ਉਹਦੇ गवर्नर ਨੂੰ भी ਇਹਦਾ ਮੈਂਬਰ ਬਣਾਇਆ ਜਾਂਦਾ ਤੇ ਇਹਦੇ ਨਾਲ ਨਾਲ 6 ਮਿਨਿਸਟਰ ਜੋ ਕਿ ਸੈਂਟਰ ਦੇ ਹੁੰਦੇ ਆ ਕੈਬਨਿਟ ਵਾਲੇ, ਉਹ ਵੀ ਇਹਦਾ ਮੈਂਬਰ ਹੁੰਦੇ ਆ ਇਨਕਲੂਡਿੰਗ ਹੋਮ ਮਿਨਿਸਟਰ। ਜਿਹੜਾ ਹੋਮ ਮਿਨਿਸਟਰ ਹੁੰਦਾ ਉਹਨੂੰ PM ਨੋਮੀਨੇਟ ਕਰਦੇ ਆ, ਬਹੁਤ ਇੰਪੋਰਟੈਂਟ ਆ। ਤੇ ਉਦੋਂ ਬਾਅਦ ਜਿਹੜੇ ਬਾਕੀ 5 ਮੈਂਬਰ ਹੁੰਦੇ ਆ ਕੈਬਨਿਟ ਦੇ, ਉਹ ਰੈਂਕ ਦੇ ਅਕੋਰਡਿੰਗ ਹੀ ਇਹਨਾਂ ਨੂੰ ਇਹਨਾਂ ਦੇ ਮੈਂਬਰ ਬਣਾ ਲਿਆ ਜਾਂਦਾ। ਠੀਕ ਹੈ, ਬਹੁਤ ਇੰਪੋਰਟੈਂਟ ਆ ਜੀ, ਧਿਆਨ ਰੱਖਿਓ। ਚਲੋ ਨੈਕਸਟ ਆਪਣੇ ਕੋਲ ਹੈਗਾ ਪੀਪਲਸ ਬਾਇਓਡਾਇਵਰਸਿਟੀ ਰਜਿਸਟਰ PBR। ਕੀ ਆ ਇਹ? कलकत्ता इदां दी फर्स्ट सिटी बनी है जो कि एक मैट्रोपोलिटन सिटी आ जिन्हें कि प्रिपेयर किया अपने को एक रजिस्टर रिलेटेड टू द बायोडाइवर्सिटी। उस रजिस्टर का नाम है पीपल्स बायोडाइवर्सिटी रजिस्टर। ठीक है, मतलब इस रजिस्टर के बायोडाइवर्सिटी के रिलेटेड काफ़ी सारी इन्फॉर्मेशन दी जाऊगी। तो जोड़ा रजिस्टर है किहदे द्वारा तैयार किया गया आ? कलकत्ता बायोडाइवर्सिटी मैनेजमेंट कमेटी जी BMC आ, इन्हें इनू तैयार किया। ये अपने को ਇਹਦਾ ਲੋਗੋ टाइप एक डायग्राम जी आ जो इस रजिस्टर के रिलेटेड आ। चलो अगे चलते हैं। ये जोड़ा एक अपने को हैगा जी पीपल्स बायोडाइवर्सिटी रजिस्टर आ, एक कंप्लीट डॉक्यूमेंटेशन ये होगा रिलेटेड टू द बायोडाइवर्सिटी भी, ये किहड़ी बायोडाइवर्सिटी है, जिवें कि फ्लोरा किदां दा आ, फौना किदां दा आ, लैंड किदां दी यूज़ हो रही आ, ह्यूमन एक्टिविटीज़ की ने, खासकर किसी पर्टिकुलर प्लेस का सिटी की गल करते हैं। ठीक है, जिवें आपां सिटी के बारे प्रॉपर जानकारी लैनी है तो इस रजिस्टर के विच होगी। अपने को एक हैगा जी बायोलॉजिकल डाइवर्सिटी एक्ट। बायोलॉजिकल डाइवर्सिटी एक्ट अपने को ਉਹਦੇ ਵਿੱਚ ਮੈਂਡੇਟਰੀ ਕੀਤਾ ਹੋਇਆ कि जिन्नियां भी लोकल सैल्फ गौरमेंट ने, ठीक है जी,
ਚਾਹੇ ਉਹ ਪਿੰਡਾਂ ਦੇ ਵਿੱਚ ਨੇ ਤੇ ਚਾਹੇ ਉਹ ਸਿਟੀ ਏਰੀਆ ਦੇ ਵਿੱਚ ਨੇ, ਉਹਨਾਂ ਨੇ ਜ਼ਰੂਰ ਇੱਕ ਬੋਡੀ ਬਣਾਉਣੀ ਹੈ ਜਿਹਦਾ ਨਾਮ ਹੈਗਾ BMC। ਤੇ BMC ਦੀ ਫੁੱਲ ਫਾਰਮ ਆਪਣੇ ਕੋਲ ਹੈਗੀ ਆ ਬਾਇਓਡਾਇਵਰਸਿਟੀ ਮੈਨੇਜਮੈਂਟ ਕਮੇਟੀ। ਮਤਲਬ ਇਹ ਜ਼ਰੂਰ ਬਣਾਉਣੀ ਹੀ ਬਣਾਉਣੀ ਆ, ਇਹ ਜ਼ਰੂਰੀ ਆ, ਠੀਕ ਹੈ। ਤੇ ਜਦੋਂ ਇਹ ਬੋਡੀ ਇੱਕ ਵਾਰ ਬਣ ਗਈ BMC, ਤਾਂ ਉਹਦੇ ਲਈ ਇਹ ਬਹੁਤ ਜ਼ਰੂਰੀ ਆ ਕਿ ਉਹਨੇ ਇਹ ਰਜਿਸਟਰ ਤਿਆਰ ਕਰਨਾ ਜਿਹਦੀ ਆਪਾਂ ਗੱਲ ਕਰ ਰਹੇ ਹਾਂ, ਪੀਪਲਜ਼ ਬਾਇਓਡਾਇਵਰਸਿਟੀ ਰਜਿਸਟਰ, ਠੀਕ ਹੈ। ਤਾਂ ਮਤਲਬ ਪਹਿਲਾਂ BMC ਬਣੂਗੀ, ਫਿਰ ਉਸ ਤੋਂ ਬਾਅਦ PBRB ਬਣੂਗਾ, ਇਹ ਬਹੁਤ ਇੰਪੋਰਟੈਂਟ ਆ। ਚਲੋ ਜੀ, ਨੈਕਸਟ ਆਪਣੇ ਕੋਲੇ ਫਿਊਲ ਟੈਕਸ ਦੇ ਰਿਲੇਟਡ, ਇਹ ਵੀ ਤੁਸੀਂ ਬੜੀ ਨਿਊਜ਼ ਸੁਣੀ ਹੋਊਗੀ ਕਿ ਜੋ ਫਿਊਲ ਦਾ ਪ੍ਰਾਈਸ ਆ ਪਹਿਲਾਂ ਕਾਫੀ ਇਨਕਰੀਜ਼ ਹੋਇਆ ਸੀਗਾ, ਉਸ ਤੋਂ ਬਾਅਦ ਇਹਨੂੰ ਘਟਾਇਆ ਗਿਆ ਆ ਕਿਉਂਕਿ ਸੈਂਟਰ ਗੌਰਮੈਂਟ ਨੇ ਕਾਫੀ ਸਾਰੇ ਟੈਕਸਿਸ ਨੂੰ ਰਿਡਿਊਸ ਕਰ ਲਿਆ, ਠੀਕ ਹੈ। ਹੁਣੇ ਸੈਂਟਰ ਗੌਰਮੈਂਟ ਨੇ ਅਨਾਊਂਸ ਕੀਤੀ ਆ ਕਿ ਐਕਸਾਈਜ਼ ਡਿਊਟੀ ਤੇ ਅਸੀਂ ਕੱਟ ਕਰਾਂਗੇ, ਜਿਹਦੇ ਨਾਲ ਕਿ ਜੋ ਫਿਊਲ ਦੇ ਪ੍ਰਾਈਸ ਨੇ ਉਹ ਕਾਫੀ ਘਟ ਗਿਆ। ਜੇ ਪੈਟਰੋਲ ਦੀ ਗੱਲ ਕਰੀਏ, ਡੀਜ਼ਲ ਦੀ ਗੱਲ ਕਰੀਏ, ਤਾਂ ਉਹਦੇ ਪ੍ਰਾਈਸ ਘਟ ਗਿਆ। ਇਹਦੇ ਨਾਲ ਹੀ ਸਾਡੇ ਜਿਹੜੇ ਆਪਣੇ ਫਾਈਨੈਂਸ ਮਿਨਿਸਟਰ ਆ, ਉਹਨਾਂ ਨੇ ਇਹ ਵੀ ਕਿਹਾ ਕਿ ਜੋ ਪ੍ਰਾਈਮ ਮਿਨਿਸਟਰ ਨੇ ਰਿਕੁਐਸਟ ਕੀਤੀ ਸੀ ਕਿ ਸਟੇਟਾਂ ਨੂੰ ਕਿ ਤੁਸੀਂ ਵੀ ਆਪਦਾ ਵੈਟ ਘਟਾਓ, ਤੇ ਪਲੀਜ਼ ਉਹ ਘਟਾਓ ਤੁਸੀਂ, ਠੀਕ ਹੈ। ਹੁਣ ਆਪਣੇ ਕੋਲ ਆਉਂਦਾ ਕਿ ਐਕਸਾਈਜ਼ ਡਿਊਟੀ ਕੀ ਆ ਤੇ ਵੈਟ ਕੀ ਆ। ਐਕਸਾਈਜ਼ ਡਿਊਟੀ ਉਹ ਟੈਕਸ ਹੈ ਜੋ ਸੈਂਟਰ ਗੌਰਮੈਂਟ ਫਿਊਲ ਤੇ ਲਾਉਂਦਾ। ਫਿਊਲ ਮੀਨਸ ਪੈਟਰੋਲ, ਡੀਜ਼ਲ, ਜਾਂ ਆਪਾਂ ਗੈਸ ਦੀ ਗੱਲ ਕਰੀਏ LPG ਵਗੈਰਾ ਦੀ, ਐਕਸਾਈਜ਼ ਡਿਊਟੀ ਇੰਪਲੀਮੈਂਟ ਕੀਤਾ ਜਾਂਦਾ ਸੈਂਟਰ ਦੇ ਦੁਆਰਾ, ਅਤੇ ਜੋ ਵੈਟ ਆ ਵੈਲਿਊ ਐਡਿਡ ਟੈਕਸ ਇਹ ਲਾਇਆ ਜਾਂਦਾ ਸਟੇਟ ਦੇ ਦੁਆਰਾ, ਠੀਕ ਆ। ਇਹ ਦੋ ਟੈਕਸ ਸਿਸਟਮ ਆ, ਇਹ ਇਨਡਾਇਰੈਕਟ ਟੈਕਸ ਆ। ਵੈਸੇ ਤਾਂ ਆਪਣੀ ਕੰਟਰੀ ਦੇ ਵਿੱਚ GST ਆ ਚੁੱਕਾ ਆ, ਲੇਕਿਨ ਕੁਝ ਇੱਦਾਂ ਦੇ ਹਜੇ ਵੀ ਪ੍ਰੋਡਕਟ ਨੇ ਜੋ GST ਦੇ ਅੰਡਰ ਨਹੀਂ ਹੈਗੇ, ਠੀਕ ਹੈ ਜੀ। ਉਹ ਪ੍ਰੋਡਕਟ ਕਿਹੜੇ ਨੇ ਆਪਣੇ ਕੋਲ? ਇੱਕ ਤਾਂ ਹੈਗਾ ਇਲੈਕਟ੍ਰਿਸਿਟੀ, ਦੂਜਾ ਹੈਗਾ ਲੀਕਰ, ਤੇ ਤੀਜਾ ਹੈਗਾ ਆ ਪੈਟਰੋਲੀਅਮ ਪ੍ਰੋਡਕਟ। ਇਹ ਤਿੰਨ ਪ੍ਰੋਡਕਟ ਨੇ ਜਿਨ੍ਹਾਂ ਤੇ ਹਜੇ ਵੀ GST ਨਹੀਂ ਲੱਗਾ। ਇਟ ਮੀਨਸ ਇਹਨਾਂ ਤੇ ਐਕਸਾਈਜ਼ ਡਿਊਟੀ ਲੱਗਦੀ ਹੈ ਸੈਂਟਰ ਦੇ ਦੁਆਰਾ ਤੇ ਵੈਟ ਲਗਾਇਆ ਜਾਂਦਾ ਸਟੇਟ ਦੇ ਦੁਆਰਾ, ਠੀਕ ਹੈ। ਤੇ ਜੇ ਆਪਾਂ ਦੇਖੀਏ ਜਿਹੜੇ ਪ੍ਰਾਈਸ ਆ ਇੰਡੀਆ ਦੇ ਵਿੱਚ ਖਾਸ ਕਰ ਕਰੂਡ ਆਇਲ ਦੇ, ਉਹ ਕਾਫੀ ਰਾਈਜ਼ ਹੋ ਚੁੱਕੇ ਆ। ਨਵੰਬਰ ਤੋਂ ਲੈ ਕੇ 33% ਇਨਕਰੀਜ਼ ਹੋ ਗਿਆ। ਕਾਰਨ ਕੀ? ਉਹਨਾਂ ਦਾ ਸਭ ਤੋਂ ਵੱਡਾ ਕਾਰਨ ਆ ਯੂਕਰੇਨ ਦਾ ਵਾਰ। ਜਿਹੜੀ ਯੂਕਰੇਨ ਦੀ ਵਾਰ ਹੋਈ ਆ ਉਹਦੇ ਕਰਕੇ ਜਿਹੜੀਆਂ ਕੰਪਨੀਜ਼ ਆ ਉਹਨਾਂ ਨੇ ਪ੍ਰਾਈਸ ਇਨਕਰੀਜ਼ ਕਰ ਦਿੱਤੇ, ਕਿਉਂਕਿ ਇੱਕ ਤਾਂ ਪ੍ਰਾਈਸ ਸਪਲਾਈ ਘਟ ਗਈ ਉੱਥੋਂ ਕਾਫੀ ਜ਼ਿਆਦਾ, ਤੇ ਉਹਦੇ ਨਾਲ ਪ੍ਰਾਈਸ ਵੱਧ ਚੁੱਕੇ ਆ, ਜਿਹਦਾ ਰਿਜ਼ਲਟ ਕੀ ਨਿਕਲਿਆ ਕਿ ਕਾਫੀ ਜ਼ਿਆਦਾ ਪ੍ਰਾਈਸ ਹਾਈਕ ਹੋ ਗਏ ਨੇ ਪੈਟਰੋਲ ਤੇ ਡੀਜ਼ਲ ਦੇ। ਤੇ ਜਦੋਂ ਪੈਟਰੋਲ ਤੇ ਡੀਜ਼ਲ ਦੇ ਪ੍ਰਾਈਸ ਹਾਈਕ ਹੁੰਦੇ ਨੇ, ਆਪਾਂ ਫਿਊਲ ਕਹਿੰਦੇ ਆ, ਉਹਦੇ ਨਾਲ ਫੂਡ ਦੇ ਪ੍ਰਾਈਸ ਵੀ ਬੜੇ ਵੱਧਦੇ ਆ। ਇਨਫਲੇਸ਼ਨ ਹੋ ਗਈ, ਉਹ ਵੀ ਵਧਣੀ ਆ। ਤੇ ਜਿਹੜੀ ਇਨਫਲੇਸ਼ਨ ਆ CPI ਬੇਸਡ ਇੱਕ ਇਨਫਲੇਸ਼ਨ ਹੁੰਦੀ ਆ, ਕੰਜ਼ਿਊਮਰ ਪ੍ਰਾਈਸ ਇੰਡੈਕਸ। ਇੱਕ ਕੰਜ਼ਿਊਮਰ ਪ੍ਰਾਈਸ ਇੰਡੈਕਸ ਹੁੰਦਾ, ਇੱਕ ਹੁੰਦਾ ਆਪਣੇ ਕੋਲ WPI ਹੋਲਸੇਲ ਪ੍ਰਾਈਸ ਇੰਡੈਕਸ। ਇਹ ਦੋ ਇੰਸਟਰੂਮੈਂਟ ਆ, ਟੂਲ ਆ, ਜੋ ਕਿ ਇਨਫਲੇਸ਼ਨ ਨੂੰ ਮੈਜ਼ਰ ਕਰਦੇ ਆ। ਮੀਨਸ ਇਹ ਚੈੱਕ ਕਰਨੇ ਕਿ ਕਿੰਨੀ ਮਹਿੰਗਾਈ ਵਧੀ ਆ, ਕਿੰਨੀ ਇਨਫਲੇਸ਼ਨ ਵਧੀ ਆ। ਇਹ ਦੋ ਟੂਲ ਆ। CPI ਜੋ ਇੱਕ ਟੂਲ ਆ ਉਹ ਕਹਿ ਰਿਹਾ ਕਿ 7.8% ਵੱਧ ਗਈ ਆ ਪਿਛਲੇ ਮੰਥ 'ਚ, ਐਂਡ ਜੋ WPI ਆ ਉਹ ਕਹਿ ਰਿਹਾ ਕਿ 15.1% ਵੱਧ ਗਈ ਆ। ਤਾਂ ਮਤਲਬ ਮਹਿੰਗਾਈ ਜਿਹੜੀ ਆ, ਇਨਫਲੇਸ਼ਨ ਆ, ਉਹ ਕਾਫੀ ਇਨਕਰੀਜ਼ ਹੋਈ ਆ, ਠੀਕ ਹੈ। ਇਸੇ ਕਰਕੇ RBI ਨੇ ਹੁਣ ਇਹ ਸੋਚਿਆ ਕਿ ਅਸੀਂ ਇੰਟਰਸਟ ਰੇਟ ਇਨਕਰੀਜ਼ ਕਰ ਦਈਏ। ਪੋਲਿਟੀ ਦੇ ਕੰਸੈਪਟ ਆ ਥੋੜ੍ਹੇ, ਸੌਰੀ ਆਪਣੀ ਪੋਲਿਟੀ ਦੇ ਨਹੀਂ, ਇਕਨੋਮੀ ਦੇ ਕੰਸੈਪਟ ਆ। ਇਹਨਾਂ ਨੂੰ ਡਿਟੇਲ 'ਚ ਮੈਂ ਕਿਤੇ ਕਰਵਾਊਂਗਾ, ਕਦੋਂ ਜਿਹੜੀ RBI ਉਹ ਪ੍ਰਾਈਸ ਇਨਕਰੀਜ਼ ਕਰਦੀ ਆ, ਕਦੋਂ ਘੱਟ ਕਰਦੀ ਆ, ਟਾਈਟ ਮਨੀ ਪੋਲਿਸੀ ਕੀ ਹੁੰਦਾ ਆ, ਲੂਜ਼ ਮਨੀ ਪੋਲਿਸੀ ਕੀ ਹੁੰਦਾ ਆ। ਇਹ ਰਿਲੇਟਡ ਟੂ ਇਨਫਲੇਸ਼ਨ ਹੀ ਹੁੰਦੀਆਂ ਗੱਲਾਂ, ਠੀਕ ਆ। ਜੇ ਆਪਾਂ ਗੱਲ ਕਰੀਏ WPI ਤੇ CPI ਦੀ, ਇਹਦੇ ਨਾਮ ਤੋਂ ਹੀ ਕਲੀਅਰ ਆ, ਹੋਲਸੇਲ ਪ੍ਰਾਈਸ ਇੰਡੈਕਸ ਤੇ ਕੰਜ਼ਿਊਮਰ ਪ੍ਰਾਈਸ ਇੰਡੈਕਸ, ਠੀਕ ਆ। ਤੇ ਹੋਲਸੇਲ ਕੀ ਹੁੰਦਾ? ਜਦੋਂ ਕੋਈ ਪ੍ਰੋਡਕਟ ਫਾਰਮ ਜਾਂ ਫੈਕਟਰੀ ਚੋਂ ਨਿਕਲਦਾ ਆ, ਉਹ ਦਿੱਤਾ ਜਾਂਦਾ ਕਿਸੇ ਹੋਲਸੇਲਰ ਡਿਪੋਜ਼ਿਟ ਨੂੰ, ਉਹ ਹੁੰਦਾ ਹੋਲਸੇਲ ਪ੍ਰਾਈਸ ਇੰਡੈਕਸ। ਉਦੋਂ ਬਾਅਦ ਰਿਟੇਲਰ ਕੋਲ ਆਉਂਦਾ ਆ, ਤੇ ਫਿਰ ਉਹ ਕੰਜ਼ਿਊਮਰ ਕੋਲ ਜਾਂਦਾ, ਤੇ ਜਿਹੜਾ ਇਹ ਪ੍ਰਾਈਸ ਹੁੰਦਾ ਇਹਨੂੰ ਅਸੀਂ ਕਹਿੰਦੇ ਆ CPI ਕੰਜ਼ਿਊਮਰ ਪ੍ਰਾਈਸ ਇੰਡੈਕਸ। ਮੀਨਸ ਜਿਸ ਪ੍ਰਾਈਸ ਤੇ ਕੰਜ਼ਿਊਮਰ ਨੂੰ ਪ੍ਰੋਡਕਟ ਮਿਲਦਾ ਉਹ ਹੁੰਦਾ CPI, ਠੀਕ ਹੈ ਜੀ। ਹੁਣ ਆਪਾਂ ਥੋੜ੍ਹਾ ਜਿਹਾ ਡਿਫਰੈਂਸ ਦੇਖ ਲਈਏ ਇਹਨਾਂ ਦੇ ਵਿੱਚ WPI ਤੇ CPI ਦੇ ਵਿੱਚ ਕੀ ਆ। ਜੇ ਆਪਾਂ ਰਿਲੀਜ਼ ਬੋਡੀ ਦੀ ਗੱਲ ਕਰੀਏ ਤਾਂ WPI ਨੂੰ ਰਿਲੀਜ਼ ਕੀਤਾ ਜਾਂਦਾ ਆ ਆਫਿਸ ਆਫ ਇਕਨੋਮਿਕ ਐਡਵਾਈਜ਼ਰੀ, ਜੋ ਕਿ ਮਿਨਿਸਟਰੀ ਆਫ ਕਮਰਸ ਐਂਡ ਇੰਡਸਟਰੀ ਦੇ ਅੰਡਰ ਆਉਂਦਾ ਆ। ਤੇ CPI ਇੰਟਰੋਡਿਊਸ ਕੀਤਾ ਜਾਂਦਾ ਆ ਬਾਏ ਦਾ ਸੈਂਟਰਲ ਸਟੈਟਿਕਲ ਆਫਿਸ CSO ਦੇ ਦੁਆਰਾ, ਜੋ ਕਿ ਮਿਨਿਸਟਰੀ ਆਫ ਸਟੈਟਿਸਟਿਕ ਐਂਡ ਪ੍ਰੋਗਰਾਮ ਇੰਪਲੀਮੈਂਟੇਸ਼ਨ ਦੇ ਅੰਡਰ ਆਉਂਦਾ। WPI ਦੇ ਅੰਡਰ ਓਨਲੀ ਗੁੱਡਸ ਆਉਂਦੀਆਂ ਆ, ਆਪਾਂ ਇਕੱਲੇ ਗੁੱਡਸ ਦਾ ਪ੍ਰਾਈਸ ਚੈੱਕ ਕਰਨਾ, ਤੇ CPI ਦੇ ਵਿੱਚ ਬੋਥ ਗੁੱਡਸ ਐਂਡ ਸਰਵਿਸਿਜ਼ ਆਉਂਦੀਆਂ, ਠੀਕ ਹੈ। ਬਹੁਤ ਇੰਪੋਰਟੈਂਟ ਪੁਆਇੰਟ ਆ, ਕਲੀਅਰ ਆ ਜੀ। ਆਈਟਮਸ 697, 448 ਤੇ 460 ਆਈਟਮਸ ਚੇਂਜ ਹੁੰਦੀਆਂ ਰਹਿੰਦੀਆਂ ਆ, ਲੇਕਿਨ ਜਿਹੜਾ ਇਹ ਸੈਕੰਡ ਪੁਆਇੰਟ ਆ ਬਹੁਤ ਇੰਪੋਰਟੈਂਟ ਆ। ਤੇ ਉਦੋਂ ਬਾਅਦ ਬੇਸ ਈਅਰ ਦੀ ਗੱਲ ਕਰੀਏ, WPI ਦਾ ਬੇਸ ਈਅਰ ਹੈਗਾ ਆਪਣੇ ਕੋਲ 2011-12, ਤੇ CPI ਦਾ ਹੈਗਾ 2012। ਬੇਸ ਈਅਰ ਵੀ ਜ਼ਰੂਰ ਯਾਦ ਰੱਖਿਓ ਜੀ। ਚਲੋ ਅੱਗੇ ਚੱਲਦੇ ਆਪਾਂ। ਨੈਕਸਟ ਨਿਊਜ਼ ਆਪਣੇ ਕੋਲ ਵਰਲਡ ਆਫ ਵਰਕ ਰਿਪੋਰਟ, ਠੀਕ ਹੈ ਜੀ। ਵਰਲਡ ਆਫ ਵਰਕ ਰਿਪੋਰਟ ਆ, ਇਹ ਜਿਹੜੀ ਰਿਪੋਰਟ ਆ ਇਹ ILO, ਜਿਹਦੀ ਫੁੱਲ ਫਾਰਮ ਆ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ, ਉਹਦੇ ਦੁਆਰਾ ਇਹਨੂੰ ਰਿਲੀਜ਼ ਕੀਤਾ ਗਿਆ। ਇੱਕ 9th ਐਡੀਸ਼ਨ ਆ ਇਸ ਰਿਪੋਰਟ ਦਾ, ਜਿਹਦਾ ਨਾਮ ਹੈਗਾ ਵਰਲਡ ਆਫ ਵਰਕ ਰਿਪੋਰਟ। ਪਹਿਲੀ ਗੱਲ ਤਾਂ ਆਪਾਂ ਇਹੀ ਯਾਦ ਰੱਖਣਾ ਇਸ ਰਿਪੋਰਟ ਦਾ ਨਾਮ ਕੀ ਹੈ ਤੇ ਇਹਨੂੰ ਕੌਣ ਪਬਲਿਸ਼ ਕਰ ਰਿਹਾ ਆ, ਠੀਕ ਹੈ ਜੀ। ਇਹਦੇ ਵਿੱਚ ਇਹ ਦੱਸਿਆ ਗਿਆ ਕਿ ਜਿਹੜੇ ਨੰਬਰ ਆਫ ਆਰਸ ਆ
ਉਹ ਕਾਫੀ ਡਰੋਪ ਹੋਏ ਆ ਡਿਊ ਟੂ ਦਾ ਪੈਂਡਮਿਕ ਆਈ ਸੀ ਕਿ ਉਹਦੇ ਕਰਕੇ ਜਿਹੜੇ ਵਰਕਰਸ ਆ ਉਹਨਾਂ ਦੇ ਕੰਮ ਕਰਨ ਦੇ ਜਿਹੜੇ ਟਾਈਮ ਪੀਰੀਅਡ ਉਹ ਕਾਫੀ ਘਟਿਆ ਆ, ਖਾਸ ਕਰਕੇ ਫਸਟ ਕੁਆਰਟਰ ਆਫ 2022 ਦੀ ਜੇ ਆਪਾਂ ਗੱਲ ਕਰੀਏ ਲਗਭਗ 3.8% ਉਹ ਘਟਿਆ ਅੱਗੇ ਨਾਲੋਂ ਇੰਪਲੋਇਮੈਂਟ ਜਿਹੜੀ ਕੰਡੀਸ਼ਨ ਦੀ ਗੱਲ ਕਰੀਏ। ਰਿਪੋਰਟ ਨੇ ਪ੍ਰੋਪਰਲੀ ਗਲੋਬਲੀ ਓਵਰਵਿਊ ਦਿੱਤਾ ਆ ਕਿ ਜੋ ਕੰਟਰੀਜ਼ ਨੇ ਉਹ ਕਾਫੀ ਪ੍ਰੋਬਲਮ ਦੇ ਵਿੱਚ ਨੇ, ਠੀਕ ਆ। ਕਿਉਂ? ਕਿਉਂਕਿ ਉਹ ਜੋ ਪ੍ਰੋਬਲਮ ਆਈ ਸੀ ਲੇਬਰ ਦੇ ਨਾਲ ਰਿਲੇਟਡ, ਲੇਬਰ ਮਾਰਕੀਟ ਨੂੰ ਰਿਕਵਰ ਕਰਨ ਦੇ ਲਈ ਪਹਿਲਾਂ ਤਾਂ ਕੋਵਿਡ ਨੇ ਇਸ਼ੂ ਪਾ ਦਿੱਤਾ, ਉਸ ਦੇ ਨਾਲ ਹੁਣ ਜਿਹੜੀ ਯੂਕਰੇਨ ਅਤੇ ਰਸ਼ੀਆ ਦੀ ਵਾਰ ਹੋਈ ਆ ਉਹਨੇ ਵੀ ਕਾਫੀ ਇਹਨਾਂ ਚੀਜ਼ਾਂ ਦਾ ਇੰਪੈਕਟ ਪਾਇਆ, ਅਤੇ ਜੋ ਲੇਬਰ ਕਲਾਸ ਦੀ ਰਿਕਵਰੀ ਹੋਣੀ ਸੀ ਉਹ ਫੇਰ ਨਹੀਂ ਹੋ ਪਾਈ, ਅਤੇ ਡਬਲ ਮਾਰ ਪੈ ਗਈ ਆ ਲੇਬਰ ਕਲਾਸ 'ਤੇ, ਪਹਿਲਾਂ ਕੋਵਿਡ-19 ਦੀ, ਉਦੋਂ ਬਾਅਦ ਯੂਕਰੇਨ ਵਾਰ ਦੀ, ਠੀਕ ਹੈ ਜੀ। ਜੇ ਆਪਾਂ ਇੰਡੀਆ ਦੀ ਗੱਲ ਕਰੀਏ ਤਾਂ ਇੰਡੀਆ ਦੇ ਰਿਲੇਟਡ ਕੀ ਆ, ਇੰਡੀਆ ਦੇ ਵਿੱਚ ਵੀ ਜੋ ਜੈਂਡਰ ਗੈਪ ਆ, ਮੀਨਸ ਪਹਿਲਾਂ ਜੋ ਜੈਂਟਸ ਅਤੇ ਜੋ ਲੇਡੀਜ਼ ਨੇ ਕੰਮ ਕਰਦੀਆਂ ਸੀਗੀਆਂ ਉਹਨਾਂ ਨੂੰ ਕਾਫੀ ਜ਼ਿਆਦਾ ਇੰਪੈਕਟ ਕੀਤਾ ਆ। ਲੇਡੀਜ਼ ਨੂੰ ਕਾਫੀ ਘੱਟ ਕੰਮ ਮਿਲਿਆ ਅਤੇ ਜੈਂਟਸ ਨੂੰ, ਹਾਲਾਂਕਿ ਜੈਂਟਸ ਨੂੰ ਵੀ ਘੱਟ ਕੰਮ ਮਿਲਿਆ ਆ, ਲੇਕਿਨ ਜਿਹੜਾ ਗੈਪ ਸੀ ਉਹ ਅੱਗੇ ਨਾਲੋਂ ਕਾਫੀ ਜ਼ਿਆਦਾ ਵੱਧ ਗਿਆ ਆ, ਠੀਕ ਆ। ਹੁਣ ਜਿੰਨੇ ਵੀ ਜ਼ਿਆਦਾ ਵਰਕਰ ਨੇ ਉਹ ਕੰਟਰੈਕਟ ਬੇਸ 'ਤੇ ਕੰਮ ਕਰ ਰਹੇ ਨੇ। ਜਦੋਂ ਬੰਦਾ ਕੰਟਰੈਕਟ ਬੇਸ 'ਤੇ ਕੰਮ ਕਰਦਾ ਇਟ ਮੀਨਸ ਉਹਦੀ ਜਿਹੜੀ ਸੋਸ਼ਲ ਸਿਕਿਉਰਿਟੀ ਆ ਉਹ ਕਿਤੇ ਨਾ ਕਿਤੇ ਖਤਰੇ 'ਚ ਆ, ਅਤੇ ਜੋ ਕਿ ਅੱਛੀ ਗੱਲ ਨਹੀਂ ਹੈਗੀ, ਠੀਕ ਆ ਜੀ। ਹੁਣ ਆਪਾਂ ਦੇਖਦੇ ਹਾਂ ILO, ਜਿਹਦੀ ਫੁੱਲ ਫਾਰਮ ਆਪਾਂ ਦੇਖੀਏ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ, ਇਹਦੇ ਬਾਰੇ ਥੋੜ੍ਹੀ ਜਿਹੀ ਇਨਫੋਰਮੇਸ਼ਨ ਲੈ ਲੈਂਦੇ ਆਪਾਂ। ਜੋ ILO ਆ ਉਹਦੀ ਇਸਟੈਬਲਿਸ਼ਮੈਂਟ ਹੋਈ ਸੀਗੀ ਜਦੋਂ ਫਸਟ ਵਰਲਡ ਵਾਰ ਹੋਈ ਸੀ ਉਦੋਂ ਬਾਅਦ, ਠੀਕ ਹੈ ਜੀ। ਫਸਟ ਵਰਲਡ ਵਾਰ ਤੋਂ ਬਾਅਦ ਇੱਕ ਇੱਦਾਂ ਦੀ ਏਜੰਸੀ ਬਣਾਈ ਸੀਗੀ ਲੀਗ ਆਫ ਨੇਸ਼ਨਸ, ਤਾਂ ਕਿ ਅਸੀਂ ਪੂਰੇ ਵਰਲਡ ਨੂੰ ਜੋ ਆਪਣੀ ਲੇਬਰ ਕਲਾਸਾਂ ਨੂੰ ਅੱਗੇ ਲੈ ਕੇ ਜਾ ਸਕੀਏ। ਇਹਦੇ ਲਈ ਇੱਕ ਟ੍ਰਿਟੀ ਸਾਈਨ ਹੋਈ ਸੀਗੀ, ਟ੍ਰਿਟੀ ਆਫ ਵਰਸਲਾਈਜ਼, ਠੀਕ ਆ, 1919 ਦੀ ਗੱਲ ਆ। ਉਦੋਂ ਬਾਅਦ ਜੋ 1946 ਦੇ ਵਿੱਚ ਜਦੋਂ UN ਬਣਾਇਆ ਗਿਆ ਤਾਂ ਉਹਦੀ ਇਹ ਸਭ ਤੋਂ ਪਹਿਲੀ ਸਪੈਸ਼ਲਾਈਜ਼ਡ ਏਜੰਸੀ ਵੀ ਬਣਿਆ ਸੀਗਾ। ਐਟ ਪ੍ਰੈਜ਼ੈਂਟ ਜੋ ILO ਆ ਉਹ UN ਦੇ ਅੰਡਰ ਆਉਂਦਾ ਆ, ਠੀਕ ਆ, ਯੂਨਾਈਟਿਡ ਨੇਸ਼ਨ ਦੇ ਅੰਡਰ ਆਉਂਦਾ ਆ। ਅਤੇ ਇਹਨੇ 1969 ਦੇ ਵਿੱਚ ILO ਨੇ ਇੱਕ ਨੋਬਲ ਪੀਸ ਪ੍ਰਾਈਜ਼ ਵੀ ਜਿੱਤਿਆ ਸੀਗਾ, ਠੀਕ ਹੈ ਜੀ। ਇਹ ਇੱਕ ਓਨਲੀ ਟਰਾਈ ਪਾਰਟੀ ਟ੍ਰਿਟੀ ਆ ਆਪਣੇ ਕੋਲੇ, ਓਨਲੀ ਟਰਾਈ ਪਾਰਟੀ ਏਜੰਸੀ ਆ UN ਦੀ, ਠੀਕ ਹੈ। ਇਹਦੇ ਵਿੱਚ ਟਰਾਈ ਪਾਰਟੀ ਕੌਣ ਕੌਣ ਆ? ਇੱਕ ਤਾਂ ਗੌਰਮੈਂਟ ਹੁੰਦੀ ਉਸ ਕੰਟਰੀ ਦੀ, ਦੂਜੇ ਇੰਪਲੋਇਰ ਹੁੰਦੇ ਆ, ਅਤੇ ਤੀਜੇ ਵਰਕਰ ਹੁੰਦੇ ਆ। ਇਹ ਟੋਟਲ 3 ਆਪਣੇ ਪਾਰਟੀਜ਼ ਹੁੰਦੀਆਂ, ਇੱਕ ਸਿੰਗਲ ਹੀ ਇੱਦਾਂ ਦੀ UN ਦੀ ਇਹ ਏਜੰਸੀ ਆ। ਜੇ ਆਪਾਂ ਹੈੱਡਕੁਆਟਰ ਦੀ ਗੱਲ ਕਰਦੇ ਤਾਂ ਹੈੱਡਕੁਆਟਰ ਸਾਨੂੰ ਜਨੇਵਾ ਦੇ ਵਿੱਚ ਮਿਲਦਾ ਆ, ਜੋ ਕਿ ਸਵਿਟਜ਼ਰਲੈਂਡ ਦੇ ਵਿੱਚ ਆ। ਕੁਝ ਹੋਰ ਰਿਪੋਰਟਾਂ ਪਬਲਿਸ਼ ਕੀਤੀਆਂ ਜਾਂਦੀਆਂ ਇਹਦੇ ਦੁਆਰਾ, ਜਿਵੇਂ ਕਿ ਵਰਲਡ ਇੰਪਲੋਇਮੈਂਟ ਐਂਡ ਸੋਸ਼ਲ ਆਊਟਲੁੱਕ ਰਿਪੋਰਟ, ਬਹੁਤ ਇੰਪੋਰਟੈਂਟ ਆ ਜੀ, ਅਤੇ ਗਲੋਬ ਵੇਜ ਰਿਪੋਰਟ। ਇਹ 2 ਰਿਪੋਰਟਸ ਨੇ, ਅਤੇ ਇੱਕ ਰਿਪੋਰਟ ਆਪਾਂ ਹੁਣੇ ਦੇਖ ਕੇ ਹਟੇ ਹਾਂ। ਟੋਟਲ 3 ਰਿਪੋਰਟਸ ਨੇ ਜੋ ਕਿ ILO ਦੇ ਦੁਆਰਾ ਪਬਲਿਸ਼ ਕੀਤੀਆਂ ਜਾਂਦੀਆਂ, ਰਿਲੀਜ਼ ਕੀਤੀਆਂ ਜਾਂਦੀਆਂ। ਚਲੋ ਜੀ ਨੈਕਸਟ ਦੇਖਦੇ ਆਪਾਂ। ਨੈਕਸਟ ਨਿਊਜ਼ ਆਪਣੇ ਕੋਲੇ ਆਊਟਵਰਡ ਰੈਮਿਟੈਂਸਿਸ ਟ੍ਰੈਂਡ, ਕਿ ਜੋ ਬਾਹਰ ਨੂੰ ਟ੍ਰੈਂਡ ਜਾ ਰਿਹਾ ਸਾਡੇ ਰੈਮਿਟੈਂਸਿਸ ਦਾ ਉਹ ਕੀ ਆ। ਆਊਟਵਰਡ ਜੋ ਰੈਮਿਟੈਂਸਿਸ ਟ੍ਰੈਂਡ ਆ ਉਹ ਕਾਫੀ ਵਧਿਆ ਆ, RBI ਨੇ ਡਾਟਾ ਦਿੱਤਾ ਆ, ਹੁਣ ਤੱਕ ਦਾ ਸਭ ਤੋਂ ਜ਼ਿਆਦਾ ਇਹ ਹੋ ਚੁੱਕਾ ਆ। ਜਿਵੇਂ ਕਿ ਆਪਾਂ ਗੱਲ ਕਰੀਏ ਲਾਸਟ ਈਅਰ ਦੀ 2021 ਦੀ, ਉਦੋਂ 12 ਬਿਲੀਅਨ US$ ਦੇ ਅਰਾਊਂਡ ਸੀਗਾ, ਜੋ ਕਿ ਹੁਣ ਵੱਧ ਕੇ 19.61 ਬਿਲੀਅਨ ਡਾਲਰ ਦੇ ਹੋ ਚੁੱਕਾ ਆ ਐਂਡ ਆਫ ਦਾ ਮਾਰਚ ਹੁਣ ਤੱਕ ਦਾ। ਬਹੁਤ ਜ਼ਿਆਦਾ ਇਹ ਆ। ਹੁਣ ਹੁੰਦਾ ਕੀ ਹੈ ਜੀ, ਦੇਖੋ ਰੈਮਿਟੈਂਸ ਕੀ ਆ ਕਿ ਜਦੋਂ ਅਸੀਂ ਪੈਸਾ ਇੱਕ ਕੰਟਰੀ ਤੋਂ ਦੂਜੀ ਕੰਟਰੀ ਭੇਜਦੇ ਹਾਂ ਉਹਨੂੰ ਰੈਮਿਟੈਂਸ ਕਹਿੰਦੇ ਆ। ਹਾਲਾਂਕਿ ਪਹਿਲਾਂ ਤਾਂ ਆਪਣੀ ਕੰਟਰੀ ਦੇ ਵਿੱਚ ਰੈਮਿਟੈਂਸ ਆਉਂਦਾ ਸੀਗਾ, ਲੇਕਿਨ ਹੁਣ ਕੁਛ ਇੱਦਾਂ ਦਾ ਟਰੈਂਡ ਚੱਲਿਆ ਕਿ ਰੈਮਿਟੈਂਸ ਬਾਹਰ ਜਾ ਰਿਹਾ, ਪੈਸਾ ਬਾਹਰ ਜਾ ਰਿਹਾ ਆ। ਸਿੰਪਲ ਜੀ ਗੱਲ ਆ, ਜਦੋਂ ਸਾਡੀ ਕੰਟਰੀ ਦੇ ਵਿੱਚੋਂ ਸਟੂਡੈਂਟ ਫੋਰਨ ਕੰਟਰੀ ਦੇ ਵਿੱਚ ਪੜ੍ਹਨ ਜਾਂਦੇ ਆ ਤਾਂ ਉਹ ਜੋ ਪੈਸਾ, ਜੋ ਰੁਪੀਜ਼ ਨੂੰ, ਜੋ ਆਪਣੀ ਇੰਡੀਅਨ ਰੁਪੀਜ਼ ਆ ਉਹਨੂੰ ਜਦੋਂ ਡਾਲਰ 'ਚ ਕਨਵਰਟ ਕਰਕੇ ਬਾਹਰ ਲੈ ਕੇ ਜਾਂਦੇ ਆ, ਉਹਨੂੰ ਅਸੀਂ ਕਹਿੰਦੇ ਆ ਆਊਟਵਰਡ ਰੈਮਿਟੈਂਸ ਟਰੈਂਡ, ਠੀਕ ਆ। ਹੋਪ ਤੁਸੀਂ ਸਮਝ ਗਏ ਹੋਵੋਗੇ ਕੀ ਆ ਜੀ ਇਹ ਆਊਟਵਰਡ ਰੈਮਿਟੈਂਸ ਟਰੈਂਡ। ਇਕੱਲੇ ਰੈਮਿਟੈਂਸ ਦੀ ਗੱਲ ਕਰੀਏ ਤਾਂ ਡਾਲਰ ਇੰਡੀਆ 'ਚ ਆ ਰਿਹਾ ਆ, ਅਤੇ ਆਊਟਵਰਡ ਦੀ ਗੱਲ ਕਰੀਏ ਤਾਂ ਡਾਲਰ ਇੱਥੋਂ ਬਾਹਰ ਜਾ ਰਿਹਾ। ਫੋਰਨ ਐਕਸਚੇਂਜ ਦੀ ਗੱਲ ਕਰੀਏ ਆਪਣੇ ਕੋਲ ਡਾਲਰ ਬਹੁਤ ਇੰਪੋਰਟੈਂਟ ਆ, ਅਤੇ ਡਾਲਰ ਹੀ ਸਭ ਤੋਂ ਜ਼ਿਆਦਾ ਬਾਹਰ ਜਾ ਰਿਹਾ ਇਸ ਟਾਈਮ 'ਤੇ, ਤਾਂ ਕਰਕੇ ਇਹ ਖਤਰੇ ਵਾਲੀ ਗੱਲ ਆ। ਜੇ ਆਪਾਂ ਗੱਲ ਕਰੀਏ 2014 ਤੋਂ ਲੈ ਕੇ ਹੁਣ ਤੱਕ ਦੇ, ਇੱਕ ਟਾਈਮ ਸੀਗਾ ਕਿ ਜਦੋਂ 1 ਮਿਲੀਅਨ ਦੇ ਅਰਾਊਂਡ ਸੀਗਾ, ਫਿਰ ਉਹ 1 ਮਿਲੀਅਨ ਸੀਗਾ, ਫਿਰ 13 ਮਿਲੀਅਨ ਹੋ ਗਿਆ, 46 ਹੋ ਗਿਆ, ਹੁਣ ਉਹ ਬਿਲੀਅਨਸ ਦੇ ਵਿੱਚ ਆ ਚੁੱਕਾ, ਠੀਕ ਹੈ। ਅਤੇ ਜਿਹੜਾ ਆਪਾਂ ਹੁਣ ਦੇਖਿਆ ਉਹ 19 ਬਿਲੀਅਨ ਦੀ ਗੱਲ ਹੋ ਰਹੀ ਆ, ਅਤੇ ਇਸ ਤੋਂ ਪਹਿਲਾਂ 12 ਤੱਕ ਸੀਗਾ, ਉਹ ਬਹੁਤ ਵੱਧ ਚੁੱਕਾ ਆ। ਟਰੈਂਡ ਦੇਖ ਲਓ, ਇਨਕਰੀਜ਼ ਕਰਦਾ, ਲੇਕਿਨ 1 ਸਾਲ ਆਇਆ ਸੀਗਾ ਜਦੋਂ ਡਿਪ ਕੀਤਾ ਸੀਗਾ ਅਤੇ ਫਿਰ ਇਨਕਰੀਜ਼ ਕਰ ਲਿਆ। ਟਰੈਂਡ ਵੀ ਅਸੀਂ ਧਿਆਨ ਨਾਲ ਜ਼ਰੂਰ ਦੇਖਣੇ ਆ। ਚਲੋ ਜੀ, ਰੈਮਿਟੈਂਸ ਮੈਂ ਜਿਵੇਂ ਹੁਣੇ ਦੱਸ ਕੇ ਹਟਿਆ ਕਿ ਕੀ ਹੁੰਦੇ ਆ, ਇੱਕ ਫਾਈਨੈਂਸ਼ੀਅਲ ਜਾਂ ਇੱਦਾਂ ਦੀ ਟਰਾਂਸਫਰ ਹੁੰਦੇ ਆ ਜੋ ਕਿ ਜਿਹੜੇ ਮਾਈਗਰੈਂਟ ਆ ਆਪਦੀ ਕੰਟਰੀ 'ਚੋਂ ਦੂਜੀ ਕੰਟਰੀ 'ਚ ਗਏ ਨੇ, ਉਹ ਆਪਣੇ ਫਰੈਂਡ ਨੂੰ, ਰਿਲੇਟਿਵ ਨੂੰ ਜਾਂ ਫੈਮਿਲੀ ਮੈਂਬਰ ਨੂੰ ਪਿੱਛੇ ਜੋ ਪੈਸੇ ਭੇਜਦੇ ਆ ਜਿੱਥੋਂ ਕਿ ਉਹ ਆਏ ਆ, ਉਹਨੂੰ ਅਸੀਂ ਕਹਿੰਦੇ ਹਾਂ ਜੀ ਰੈਮਿਟੈਂਸਿਸ, ਠੀਕ ਹੈ। ਇਹਦੇ ਵਿੱਚ ਸਾਡੇ ਕੋਲ ਕੀ ਹੁੰਦਾ, 2 ਤਰ੍ਹਾਂ ਦੇ ਕੰਪੋਨੈਂਟ ਹੋ ਸਕਦੇ ਆ। ਇੱਕ ਤਾਂ ਪਰਸਨਲ ਟਰਾਂਸਫਰ ਹੋ ਸਕਦਾ ਆ, ਦੂਜਾ ਕੁਛ ਇੱਦਾਂ ਦੇ ਨੋਨ ਰੈਜ਼ੀਡੈਂਟ ਲੋਕ ਜਿਹੜੇ ਪੈਸਾ ਭੇਜਦੇ ਆ ਉੱਧਰੋਂ, ਠੀਕ ਹੈ, ਕਦੇ ਗਿਫਟ ਭੇਜ ਦਿੱਤਾ ਜਾਂ ਕੋਈ ਚੀਜ਼ ਲੈ ਕੇ ਭੇਜਤੀ, ਉਹ ਵੀ ਰੈਮਿਟੈਂਸਿਸ ਦਾ
ਪਾਰਟ ਹੀ ਹੁੰਦਾ। ਰੈਮੀਟੈਂਸ ਦੀ ਜ਼ਰੂਰਤ ਕੀ ਆ, ਜਾਂ ਇਹਦੀ ਇੰਪੋਰਟੈਂਸ ਕੀ ਆ ਕਿ ਕਾफ़ी ਜ਼ਿਆਦਾ ਹੈਲਪ ਕਰਦੀ ਆ ਜਿੱਥੇ ਰੈਮੀਟੈਂਸ ਆ ਰਹੇ ਆ ਉਸ ਏਰੀਏ ਦੀ ਡਿਵੈਲਪਮੈਂਟ ਦੇ ਲਈ। ਆਪਾਂ ਸਿੰਪਲ ਜੀ ਐਗਜ਼ਾਮਪਲ ਲੈਂਦੇ ਹਾਂ, ਪੰਜਾਬ ਦੇ ਜੋ ਲੋਕ ਬਾਹਰ ਗਏ ਨੇ, ਫੋਰਨ ਗਏ ਨੇ, ਉਹਨਾਂ ਨੇ ਜਿਤਨੇ ਵੀ ਰੈਮੀਟੈਂਸ ਇੰਡੀਆ 'ਚ ਭੇਜੇ ਨੇ, ਪੰਜਾਬ 'ਚ ਭੇਜੇ ਨੇ, ਉਹਦੇ ਕਰਕੇ ਪੰਜਾਬ ਕਾफ़ੀ ਵਧੀਆ ਗਰੋਥ ਕਰ ਗਿਆ। ਠੀਕ ਹੈ, ਤੇ ਉਸ ਤੋਂ ਬਾਅਦ ਆਪਣੇ ਕੋਲ ਹੈਗਾ ਜੀ ਆਊਟਵਰਡ ਰੈਮੀਟੈਂਸ। ਜਿਵੇਂ ਮੈਂ ਪਹਿਲਾਂ ਹੀ ਦੱਸ ਕੇ ਹਟਿਆ ਕਿ ਜਦੋਂ ਪੈਸਾ ਡਾਲਰ ਦੀ ਫਾਰਮ ਦੇ ਵਿੱਚ ਇੰਡੀਆ ਤੋਂ ਬਾਹਰ ਜਾਣ ਲੱਗ ਪਵੇ ਉਹਨੂੰ ਅਸੀਂ ਕਹਿੰਦੇ ਹਾਂ ਆਊਟਵਰਡ ਰੈਮੀਟੈਂਸ। ਉਹ ਪਹਿਲਾਂ ਮੈਂ ਐਕਸਪਲੇਨ ਕਰ ਚੁੱਕਾ ਹਾਂ। ਸੇਮ ਉਹੀ ਗੱਲ ਆ, ਇੰਡੀਆ ਦੇ ਵਿੱਚੋਂ ਜਦੋਂ ਜਿਹੜੇ ਫੰਡ ਆਊਟ ਟ੍ਰਾਂਸਫਰ ਹੁੰਦੇ ਆ ਫੋਰਨ ਐਕਸਚੇਂਜ ਦੇ ਵਿੱਚ, ਫੋਰਨ ਐਕਸਚੇਂਜ ਮੀਨਸ ਉਹੀ ਡਾਲਰ ਦੇ ਵਿੱਚ, ਲੇਕਿਨ ਜੇ ਇਹ ਪੈਸਾ ਨੇਪਾਲ 'ਚ ਜਾ ਰਿਹਾ ਆ ਫਿਰ ਅਸੀਂ ਇਹਨੂੰ ਆਊਟਵਰਡ ਰੈਮੀਟੈਂਸ ਨਹੀਂ ਕਾਊਂਟ ਕਰਦੇ, ਅਤੇ ਜੇ ਭੂਟਾਨ ਵਿੱਚ ਜਾ ਰਿਹਾ ਫਿਰ ਵੀ ਨਹੀਂ ਕਰਦੇ। ਬਹੁਤ ਇੰਪੋਰਟੈਂਟ ਆ, ਇਹ ਦੋ ਕੰਟਰੀਜ਼ ਦੇ ਵਿੱਚ ਜੇ ਪੈਸਾ ਜਾ ਰਿਹਾ ਤਾਂ ਇਹਨੂੰ ਅਸੀਂ ਆਊਟਵਰਡ ਰੈਮੀਟੈਂਸ ਦੇ ਵਿੱਚ ਕਾਊਂਟ ਨਹੀਂ ਕਰਦੇ ਹਾਂ। ਠੀਕ ਹੈ, ਤੇ ਜਿੰਨਾ ਵੀ ਇਹ ਪੈਸਾ ਬਾਹਰ ਜਾ ਰਿਹਾ ਆ ਉਹ ਅੰਡਰ ਐਕਟ ਆਪਣੇ ਕੋਲੇ ਫੋਰਨ ਐਕਸਚੇਂਜ ਮੈਨੇਜਮੈਂਟ ਐਕਟ, ਜਿਹਨੂੰ ਅਸੀਂ ਫੀਮਾ ਐਕਟ ਕਹਿੰਦੇ ਆ, ਉਹਦੇ ਅੰਡਰ ਹੀ ਇਹ ਪੂਰੇ ਦਾ ਪੂਰਾ ਪ੍ਰੋਸੈਸ ਚੱਲਦਾ। ਹੁਣ ਦੇਖੋ ਨੈਬ ਤਹਿਸੀਲਦਾਰ ਦਾ ਪੇਪਰ ਆਇਆ ਸੀਗਾ, ਉਹਦੇ ਵਿੱਚ ਸੀਗਾ ਕਿ ਫੀਮਾ ਐਕਟ ਦੇ ਬਾਰੇ ਸੀਗਾ। ਠੀਕ ਆ, ਤੇ ਆਪਾਂ ਨੂੰ ਦੇਖੋ ਪਤਾ ਲੱਗ ਗਿਆ ਕਿ ਜੋ ਪੈਸਾ ਫੋਰਨ 'ਚ ਜਾ ਰਿਹਾ ਆ, ਫੋਰਨ ਐਕਸਚੇਂਜ ਦੀ ਗੱਲ ਹੋ ਰਹੀ ਆ, ਤਾਂ ਉਦੋਂ ਤੁਸੀਂ ਇਹ ਲੈਕਚਰ ਜੇ ਵੀ ਯਾਨੀ ਕਿ ਹੁਣ ਤੱਕ ਕਰੰਟ ਦੀ ਗੱਲ ਆ, ਜੇ ਆਪਾਂ ਉਦੋਂ ਰਿਕਾਰਡ ਕੀਤਾ ਹੁੰਦਾ ਤਾਂ ਸਾਡਾ ਇਹ ਵੀ ਕੁਐਸਚਨ ਸਹੀ ਹੋਣਾ ਸੀਗਾ। ਕਰੰਟ ਅਫੇਅਰ ਦੇ ਵਿੱਚੋਂ ਇੱਦਾਂ ਕੁਐਸਚਨ ਬਣਦੇ ਹੁੰਦੇ ਆ। ਠੀਕ ਆ, ਡਿਟੇਲ ਦੇ ਵਿੱਚ ਬਣਦੇ ਹੁੰਦੇ ਆ। ਹੁਣ ਉਹ ਗੱਲਾਂ ਗਈਆਂ ਕਿ ਵਨ ਲਾਈਨਰ ਬਣ ਗਏ, ਤੁਸੀਂ MCQs ਟਾਈਪ ਕਰ ਲਓ, ਨਹੀਂ ਜੀ, ਹੁਣ ਡਿਟੇਲ 'ਚ ਪੜ੍ਹੋ ਤੇ ਕੁਐਸਚਨ ਤਾਂ ਹੀ ਬਣਨੇ ਆ। ਚਲੋ ਅੱਗੇ ਚੱਲਦੇ ਹਾਂ। ਠੀਕ ਆ, ਤੇ ਜੇ ਆਪਾਂ ਆਊਟਵਰਡ ਰੈਮੀਟੈਂਸ ਟ੍ਰੈਂਡ ਦੀ ਗੱਲ ਕਰੀਏ, ਆਪਾਂ ਪਹਿਲਾਂ ਵੀ ਦੇਖ ਲਿਆ ਕਿ 2021 ਦੇ ਵਿੱਚ 2021 ਦੇ ਨਾਲੋਂ ਇਸ ਵਾਰ 35% ਜ਼ਿਆਦਾ ਬਾਹਰ ਗਿਆ ਪੈਸਾ, ਖਾਸ ਕਰਕੇ ਐਜੂਕੇਸ਼ਨ ਸੈਕਟਰ ਦੇ ਵਿੱਚ ਵੀ। ਠੀਕ ਹੈ, ਜੇ ਆਪਾਂ ਐਜੂਕੇਸ਼ਨ ਸੈਕਟਰ ਦੀ ਗੱਲ ਕਰੀਏ ਤਾਂ ਫਾਈਨੈਂਸ਼ੀਅਲ ਈਅਰ 2022 ਦੇ ਵਿੱਚ ਲਗਭਗ $5.17 ਬਿਲੀਅਨ ਪੈਸਾ ਬਾਹਰ ਗਿਆ, ਜੋ ਕਿ ਲਾਸਟ ਈਅਰ ਦੇਖੀਏ ਤਾਂ ਆਪਾਂ $3.83 ਬਿਲੀਅਨ ਗਿਆ ਸੀਗਾ। ਇਸ ਸਾਲ ਕਾफ़ੀ ਜ਼ਿਆਦਾ ਗਿਆ ਆ ਪਿਛਲੇ ਸਾਲ ਦੇ ਨਾਲੋਂ। ਚਲੋ ਜੀ ਨੈਕਸਟ ਆਪਣੇ ਕੋਲੇ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ। ਹੁਣੇ ਜਿਹੜੀ ਨਿਊ ਦਿੱਲੀ ਮਿਊਨਿਸਪਲ ਕੌਂਸਲ ਆਪਣੇ ਕੋਲੇ NDMC, ਉਹਨੇ ਅਪਰੂਵ ਕੀਤਾ ਕਿ ਅਸੀਂ ਇੰਪਲੀਮੈਂਟੇਸ਼ਨ ਕਰਨੀ ਆ ਜੋ ਸੈਂਟਰ ਦੀ ਬੜੀ ਹੀ ਇੰਪੋਰਟੈਂਟ ਸਕੀਮ ਆ ABPMJY, ਜਿਹਦੀ ਫੁੱਲ ਫਾਰਮ ਆਪਣੇ ਕੋਲ ਹੈ ਜੀ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ। ਠੀਕ ਹੈ, ਜੋ ਵੀ ਰੈਜ਼ੀਡੈਂਟ ਉਸ ਏਰੀਏ ਦੇ ਨੇ ਤਾਂ ਉੱਥੇ ਇਹ ਜਿਹੜੀ ਸਕੀਮ ਆ ਉਹ ਇੰਪਲੀਮੈਂਟ ਕੀਤੀ ਜਾਊਗੀ। ਆਯੁਸ਼ਮਾਨ ਭਾਰਤ ਦੀ ਗੱਲ ਕਰੀਏ ਤਾਂ ਇੱਕ ਸਿੰਪਲ ਆਪਣੀ ਸੈਂਟਰ ਦੀ ਸਕੀਮ ਆ, ਜਿਹਨੂੰ ਕਿ ਲਾਂਚ ਕੀਤਾ ਗਿਆ ਸੀਗਾ ਔਨ ਦਾ ਰਿਕਮੈਂਡੇਸ਼ਨ ਆਫ ਦਾ ਨੈਸ਼ਨਲ ਹੈਲਥ ਪੋਲਿਸੀ। ਜੋ ਨੈਸ਼ਨਲ ਹੈਲਥ ਪੋਲਿਸੀ ਆ ਉਹਦੇ ਡ੍ਰੀਮਸ ਨੂੰ ਅਚੀਵ ਕਰਨ ਦੇ ਲਈ ਇਸ ਸਕੀਮ ਨੂੰ ਲਾਂਚ ਕੀਤਾ ਗਿਆ ਸੀ। ਅਤੇ ਇੱਕ ਸਾਡਾ ਪ੍ਰੋਗਰਾਮ ਆ ਜੀ ਯੂਨੀਵਰਸਲ ਹੈਲਥ ਕਵਰੇਜ, ਕਿ ਅਸੀਂ ਹਮੇਸ਼ਾ ਜਿਹੜੀ ਜਿੰਨੀ ਵੀ ਆਪਣੀ ਕੰਟਰੀ ਦੇ ਲੋਕ ਆ ਉਹਨਾਂ ਦੇ ਹੈਲਥ ਦੇ ਰਿਲੇਟਡ ਉਹਨਾਂ ਨੂੰ ਯੂਨੀਵਰਸਲੀ ਕਵਰ ਕਰਵਾਉਣੀ ਆ ਹੈਲਥ ਪ੍ਰੋਟੈਕਸ਼ਨ। ਇਸ ਪ੍ਰੋਗਰਾਮ ਦੇ ਅੰਡਰ ਹੀ ਇਹ ਪਾਲਿਸੀ ਆਈ ਸੀਗੀ, ਤੇ ਉਸੇ ਪਾਲਿਸੀ ਦੇ ਅੰਡਰ ਹੀ ਇਹ ਸਕੀਮ ਆਈ ਹੈ ਜੀ। ਠੀਕ ਆ, ਜਿਹੜੀ ਆਪਣੇ ਕੋਲੇ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਆ, ਇਸ ਸਕੀਮ ਦੇ ਅੰਡਰ ਦੋ ਕੰਪੋਨੈਂਟ ਆ। ਸਭ ਤੋਂ ਪਹਿਲਾ ਕੰਪੋਨੈਂਟ ਆਪਣੇ ਕੋਲ ਹੈਗਾ ਜੀ ਹੈਲਥ ਐਂਡ ਵੈਲਫੇਅਰ ਸੈਂਟਰ, ਦੂਜਾ ਹੈਗਾ ਆਪਣੇ ਕੋਲੇ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ। ਇਹ ਦੋ ਕੰਪੋਨੈਂਟ ਨੇ ਇਸ ਸਕੀਮ ਦੇ। ਕਲੀਅਰ ਆ। ਜੇ ਆਪਾਂ ਆਯੁਸ਼ਮਾਨ ਭਾਰਤ ਦੀ ਗੱਲ ਕਰੀਏ, ਆਯੁਸ਼ਮਾਨ ਭਾਰਤ ਵਰਲਡ ਦੀ ਸਭ ਤੋਂ ਇੱਕ ਵੱਡੀ ਲਾਰਜੈਸਟ ਹੈਲਥ ਇੰਸ਼ੋਰੈਂਸ ਸਕੀਮ ਆ, ਜਿਹੜੀ ਕਿ ਫੁੱਲੀ ਫਾਈਨੈਂਸ ਦਿੰਦੀ ਆ ਬਾਈ ਦਾ ਗੌਰਮੈਂਟ। ਮਤਲਬ ਕੋਈ ਬਿਮਾਰ ਬੰਦਾ ਪੈ ਗਿਆ, ਉਹ ਇਸ ਸਕੀਮ ਦੇ ਅੰਡਰ ਨੇ ਆਪਣੇ ਆਪ ਨੂੰ ਰਜਿਸਟਰ ਕਰਵਾਇਆ ਤਾਂ ਪੂਰੇ ਦਾ ਪੂਰਾ ਪੈਸਾ ਸੈਂਟਰ ਗੌਰਮੈਂਟ ਦੇਊਗੀ ਤਾਂ ਕਿ ਉਹ ਆਪਣਾ ਇਲਾਜ ਕਰਵਾ ਸਕੇ। ਤੇ ਜਿਹੜੀ ਇਹ ਸਕੀਮ ਆ ਇਹ ਫਰਵਰੀ 2018 ਦੇ ਵਿੱਚ ਲਾਂਚ ਕੀਤੀ ਗਈ ਆ, ਤੇ ਇਹਦੇ ਅੰਡਰ 5 ਲੱਖ ਰੁਪਇਆ ਪਰ ਫੈਮਿਲੀ, 5 ਲੱਖ ਪਰ ਫੈਮਿਲੀ ਨੂੰ ਦਿੱਤਾ ਜਾਂਦਾ ਆ। ਠੀਕ ਹੈ, ਕਦੋਂ ਦਿੱਤਾ ਜਾਊਗਾ? ਜਦੋਂ ਉਹ ਸੈਕੰਡਰੀ ਕੇਅਰ ਦੇ ਲਈ ਆ, ਮਤਲਬ ਕੋਈ ਜ਼ਿਆਦਾ ਖਤਰੇ ਵਾਲੀ ਗੱਲ ਆ, ਤੇ ਟਰਸ਼ਰੀ ਕੇਅਰ। ਠੀਕ ਹੈ, ਪ੍ਰਾਇਮਰੀ ਕੇਅਰ ਦੇ ਲਈ ਨਹੀਂ ਹੈਗਾ, ਯਾਦ ਰੱਖਿਓ ਕਿਹਦੇ ਲਈ ਆ ਜੀ, ਸੈਕੰਡਰੀ ਤੇ ਟਰਸ਼ਰੀ ਦੇ ਲਈ ਆ। ਟਰਸ਼ਰੀ ਦੇ ਵਿੱਚ ਜਿਹੜੀ ਸੁਪਰ ਸਪੈਸ਼ਲਿਸਟ ਕਵਰ ਨਹੀਂ ਹੁੰਦੇ, ਤੇ ਸੌਰੀ ਸੈਕੰਡਰੀ ਦੇ ਵਿੱਚ ਤੇ ਟਰਸ਼ਰੀ ਦੇ ਵਿੱਚ ਸੁਪਰ ਸਪੈਸ਼ਲਿਸਟ ਕਵਰ ਹੁੰਦੇ ਆ। ਤਿੰਨ ਤਰ੍ਹਾਂ ਦਾ ਆਪਣੇ ਕੋਲ ਹੈਲਥ ਸਿਸਟਮ ਆ ਜੀ, ਪ੍ਰਾਇਮਰੀ, ਸੈਕੰਡਰੀ ਤੇ ਟਰਸ਼ਰੀ। ਪ੍ਰਾਇਮਰੀ ਦੇ ਲਈ ਨਹੀਂ ਹੈਗਾ, ਸੈਕੰਡਰੀ ਤੇ ਟਰਸ਼ਰੀ ਦੇ ਲਈ ਹੈ। ਇਹ ਇੱਕ ਕੈਸ਼ਲੈਸ ਤੇ ਪੇਪਰਲੈਸ ਸਕੀਮ ਆ, ਜਿਹਦੇ ਵਿੱਚ ਨਾ ਤਾਂ ਕਿਸੇ ਪੈਸੇ ਦੀ ਲੋੜ ਪੈਂਦੀ ਆ, ਆਟੋਮੈਟਿਕਲੀ ਜਿਹੜੇ ਹਸਪੀਟਲਸ ਆ ਉਹ ਪੈਸਾ ਸਾਰੇ ਦਾ ਸਾਰਾ ਸਰਕਾਰ ਕੋਲੋਂ ਲੈ ਲੈਂਦੇ ਆ। ਇਸ ਪੈਕੇਜ ਦੇ ਅੰਡਰ ਕੀ ਕਵਰ ਹੋਊਗਾ ਆਪਣੇ ਕੋਲੇ? ਜੇ ਕੋਈ ਸਰਜਰੀ ਹੋਣੀ ਆ ਉਹ ਕਵਰ ਹੋਊਗਾ, ਜੋ ਮੈਡੀਕਲ ਐਂਡ ਡੇ ਕੇਅਰ ਟਰੀਟਮੈਂਟ ਆ ਉਹ ਵੀ ਇਹਦੇ ਵਿੱਚ ਕਵਰ ਹੋਊਗਾ, ਮੈਡੀਸਿਨ ਵਗੈਰਾ ਹੋ ਗਿਆ, ਡਾਇਗਨੋਸਿਸ ਹੋ ਗਿਆ, ਉਹ ਸਾਰੇ ਦੇ ਸਾਰੇ ਹਿੱਸੇ ਦੇ ਵਿੱਚ ਕਵਰ ਕੀਤੇ ਜਾਂਦੇ ਆ। ਠੀਕ ਆ, ਆਪਾਂ ਬੈਨੀਫਿਸ਼ਰੀ ਦੀ ਗੱਲ ਕਰਦੇ ਹਾਂ ਕਿ ਕਿਹਨਾਂ ਨੂੰ ਇਹ ਸਕੀਮ ਮਿਲੂਗੀ। ਉਹ ਲੋਕ ਜਿਨ੍ਹਾਂ ਨੂੰ ਅਸੀਂ ਆਇਡੈਂਟੀਫਾਈ ਕੀਤਾ ਆ ਥਰੂ ਸੋਸ਼ੀਓ ਇਕਨੋਮਿਕ ਕਾਸਟ ਸੈਂਸਸ। ਠੀਕ ਹੈ ਜੀ, ਜੋ ਸੋਸ਼ੀਓ ਇਕਨੋਮਿਕ ਕਾਸਟ ਸੈਂਸਸ ਦਾ ਡਾਟਾ ਆਪਣੇ ਕੋਲ 2011 ਦਾ ਆ, ਉਹਦੇ ਅਕੋਰਡਿੰਗ ਦੇ ਬੈਨੀਫਿਸ਼ਰੀਜ਼ ਨੂੰ ਆਪਾਂ ਟੈਕਲ ਕਰਨਾ ਆ, ਲੱਭਣਾ ਆ, ਤੇ ਉਹਨਾਂ ਨੂੰ ਇਹ ਸਕੀਮ ਪ੍ਰੋਵਾਈਡ ਕਰਨੀ ਆ। ਤੇ ਇਹਦੇ ਅੰਡਰ ਜਿਹੜੀ ਸਕੀਮ ਦੇ ਅੰਡਰ ਕੁਝ ਇੱਦਾਂ ਦੇ ਹਸਪੀਟਲਸ ਜਿਨ੍ਹਾਂ ਨੂੰ ਲਿਸਟਡ ਕੀਤਾ ਗਿਆ ਆ, ਤੇ ਜਦੋਂ ਤੁਸੀਂ ਉਹਨਾਂ ਹਸਪੀਟਲਸ ਦੇ ਵਿੱਚ ਜਾਓਗੇ
ਤਾਂ ਤੁਹਾਨੂੰ ਇਸ ਸਕੀਮ ਦੇ ਅੰਡਰ ਕੋਈ ਵੀ ਪੈਸਾ ਨਹੀਂ ਦੇਣਾ ਪਊਗਾ, ਤੁਹਾਡੇ ਸਾਰਾ ਦਾ ਸਾਰਾ ਖਰਚਾ ਫ੍ਰੀ ਆਫ ਕਾਸਟ ਹੋਊਗਾ ਜੀ। ਫੰਡਿੰਗ ਦੀ ਗੱਲ ਕਰੀਏ ਤਾਂ ਇਹ ਜੋ ਫੰਡਿੰਗ ਆ, ਇਹ ਜਿਹੜੀਆਂ ਨੋਰਮਲ ਸਟੇਟ ਨੇ, ਜੋ ਖਾਸ ਕਰ ਜਿਵੇਂ ਆਪਾਂ ਪੰਜਾਬ, ਹਰਿਆਣਾ ਆਪਾਂ ਗੱਲ ਕਰ ਲਈਏ, ਉੱਤਰ ਪ੍ਰਦੇਸ਼ ਦੀ, ਅਤੇ ਯੂਟੀਜ਼ ਜਿਨ੍ਹਾਂ ਵਿੱਚ ਆਪਣੇ ਕੋਲ ਜੀ ਲੈਜਿਸਲੇਚਰ ਆ, ਜਿਵੇਂ ਦਿੱਲੀ ਤੇ ਪੁਡੂਚੇਰੀ, ਉੱਥੇ 60-40 ਦੀ ਰੇਸ਼ੋ ਆ, 60% ਸੈਂਟਰਲ ਗੌਰਮੈਂਟ ਦੇਊਗੀ ਅਤੇ 40% ਆਪਣੇ ਕੋਲ ਸਟੇਟ ਗੌਰਮੈਂਟ ਦੇਊਗੀ। ਉਦੋਂ ਬਾਅਦ ਜਿਹੜੀਆਂ ਨਾਰਥ ਈਸਟਰਨ ਸਟੇਟ ਨੇ ਤੇ ਜੰਮੂ ਐਂਡ ਕਸ਼ਮੀਰ ਵਗੈਰਾ ਹੋ ਗਿਆ, ਉੱਥੇ ਦਿੱਤਾ ਜਾਊਗਾ ਜੀ 90% ਬਾਏ ਦਾ ਸੈਂਟਰਲ ਗੌਰਮੈਂਟ ਤੇ 10% ਬਾਏ ਦਾ ਸਟੇਟ ਗੌਰਮੈਂਟ। ਅਤੇ ਉਦੋਂ ਬਾਅਦ ਆਪਣੇ ਕੋਲ ਹਿਮਾਚਲ, ਉੱਤਰਾਖੰਡ, ਇਹਨਾਂ ਦੇ ਵਿੱਚ 100%, ਅਤੇ ਜੋ ਬਾਕੀ ਯੂਟੀਜ਼ ਜਿੱਥੇ ਲੈਜਿਸਲੇਚਰ ਨਹੀਂ ਹੈਗਾ, ਜਿਵੇਂ ਚੰਡੀਗੜ੍ਹ ਹੋ ਗਿਆ, ਆਪਣੇ ਕੋਲ ਲਕਸ਼ਦੀਪ ਹੋ ਗਿਆ, ਉੱਥੇ 100% ਬਾਏ ਦਾ ਸੈਂਟਰਲ ਗੌਰਮੈਂਟ ਇਹ ਫੰਡ ਦਿੱਤੇ ਜਾਣਗੇ। ਕਲੀਅਰ ਹੈ ਜੀ। ਚਲੋ ਨੈਕਸਟ ਆਪਣੇ ਕੋਲ ਹੈਗਾ ਸਵੱਛ ਸਰਵੇਖਣ 2023। ਠੀਕ ਹੈ, ਵੀਡੀਓ ਥੋੜੀ ਲੰਬੀ ਇਸ ਕਰਕੇ ਆ ਕਿਉਂਕਿ 2 ਦਿਨ ਦੀ ਆ। ਠੀਕ ਹੈ, ਤੇ ਧਿਆਨ ਜ਼ਰੂਰ ਦਿਓ ਇਹਨਾਂ ਤੇ, ਬਹੁਤ ਇੰਪੋਰਟੈਂਟ ਨਿਊਜ਼ ਆਪਾਂ ਕਵਰ ਕਰ ਰਹੇ ਹਾਂ। ਸਵੱਛ ਸਰਵੇਖਣ 2023 ਜਿਹੜੀ ਸਾਡੀ ਮਿਨਿਸਟਰੀ ਆਫ ਹਾਊਸ ਐਂਡ ਅਰਬਨ ਅਫੇਅਰਸ ਆ, ਉਹਨਾਂ ਨੇ ਲਾਂਚ ਕੀਤਾ ਆ 8th ਐਡੀਸ਼ਨ ਆਫ ਦਾ SS 2023। SS ਦੀ ਫੁੱਲ ਫਾਰਮ ਆਪਣੇ ਕੋਲ ਹੈਗਾ ਸਵੱਛ ਸਰਵੇਖਣ 2023 ਅੰਡਰ ਦਾ ਸਵੱਛ ਭਾਰਤ ਮਿਸ਼ਨ ਅਰਬਨ 2.0। ਠੀਕ ਹੈ, ਜੋ ਸਵੱਛ ਭਾਰਤ ਮਿਸ਼ਨ ਆ 2.0, ਉਹਦੇ ਅੰਡਰ ਅਸੀਂ ਸਵੱਛ ਸਰਵੇਖਣ 2023 ਨੂੰ ਲਾਂਚ ਕੀਤਾ। ਇਹਦੇ ਵਿੱਚ 3 ਪ੍ਰਿੰਸੀਪਲਸ ਨੇ ਜਿਨ੍ਹਾਂ 'ਤੇ ਅਸੀਂ ਕੰਮ ਕਰ ਰਹੇ ਹਾਂ। RRR, ਉਹ ਕੀ ਨੇ? ਰਿਡਿਊਸ, ਰੀਸਾਈਕਲ ਐਂਡ ਰੀਯੂਜ਼। ਜਿਹੜੇ ਇੱਦਾਂ ਦੇ ਪੁਆਇੰਟ ਹੁੰਦੇ ਆ ਜੀ, ਇਹ ਤਾਂ ਐਗਜ਼ਾਮ 'ਚ ਬਣਨੇ ਹੁੰਦੇ ਆ, ਇਹਨਾਂ ਨੂੰ ਸਟਾਰ ਮਾਰਕ ਕਰ ਲਓ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇ। ਠੀਕ ਹੈ, ਇਹ ਆਪਣੇ ਕੋਲ ਕੁਝ ਬੈਨਰ ਜੋ ਗੌਰਮੈਂਟ ਨੇ ਇਸ਼ੂ ਕੀਤਾ ਰਿਲੇਟਡ ਟੂ ਦਾ ਸਵੱਛ ਸਰਵੇਖਣ ਟੂਲ ਕਿੱਟ ਆ 2023 ਦੇ ਵਿੱਚ। ਵੇਸਟ ਟੂ ਵੈਲਥ, ਕਹਿੰਦੇ ਵੇਸਟ ਨੂੰ ਅਸੀਂ ਵੈਲਥ ਤੱਕ ਕਿਵੇਂ ਲੈ ਕੇ ਜਾਣਾ ਆ, ਇਹ ਸਾਡਾ ਮੋਟਿਵ ਆ। ਇੱਦਾਂ ਦੇ ਵੀ ਕੁਐਸਚਨ ਆਉਂਦੇ ਕਿ ਇਹਦਾ ਮੋਟਿਵ ਕੀ ਆ। ਕਲੀਅਰ ਹੈ ਜੀ। ਆਪਾਂ ਸਵੱਛ ਸਰਵੇਖਣ ਦੀ ਗੱਲ ਕਰੀਏ, ਜੇ ਆਪਾਂ ਸਵੱਛ ਸਰਵੇਖਣ 2023 ਦੀ ਗੱਲ ਕਰੀਏ ਤਾਂ ਇਹਨੂੰ ਇੰਟਰੋਡਿਊਸ ਕੀਤਾ ਗਿਆ ਬਾਈ ਦਾ ਮਿਨਿਸਟਰੀ ਆਫ ਹਾਊਸਿੰਗ ਐਂਡ ਅਰਬਨ ਅਫੇਅਰਸ ਦੇ ਦੁਆਰਾ 2016 ਦੇ ਵਿੱਚ ਇਹਨੂੰ ਲਾਂਚ ਕੀਤਾ ਗਿਆ ਸੀਗਾ। ਅਤੇ ਸਾਡਾ ਕੰਮ ਕੀ ਇਹਦੇ ਫਰੇਮਵਰਕ ਦਾ, ਤਾਂ ਕਿ ਅਸੀਂ ਐਨਕਰੇਜ ਕਰ ਸਕੀਏ ਸਿਟੀਜ਼ ਨੂੰ। ਉਹਦੇ ਵਿੱਚ ਅਸੀਂ ਇੰਪਰੂਵ ਕਰਨਾ ਜੀ ਸਟੇਟਸ ਆਫ ਦਾ ਸੈਨੀਟੇਸ਼ਨ, ਮਤਲਬ ਸਾਫ਼ ਸਫਾਈ ਕਿੰਨੀ ਵਧੀਆ ਹੋਊਗੀ, ਅਤੇ ਅਸੀਂ ਇਹ ਵੀ ਕੋਸ਼ਿਸ਼ ਕਰਨੀ ਆ ਕਿ ਜੋ ਉੱਥੋਂ ਦੇ ਸਿਟੀਜ਼ਨ ਨੇ ਉਹ ਵੀ ਇਹਦੇ ਵਿੱਚ ਪਾਰਟੀਸਪੇਸ਼ਨ ਕਰਨ। ਇਹ ਜੋ ਨਵੇਂ ਵਾਲਾ ਆਪਣੇ ਕੋਲ ਇਹ ਜਿਹੜਾ ਹੁਣ 2023 ਵਾਲਾ ਸਵੱਛ ਸਰਵੇਖਣ ਆ ਰਿਹਾ, ਇਹਦੇ ਵਿੱਚ ਅਸੀਂ ਐਡੀਸ਼ਨਲ ਕੁਛ ਵੇਟੇਜ ਦਿੱਤਾ ਆ, ਮਤਲਬ ਜ਼ਿਆਦਾ ਫੋਕਸ ਕੀਤਾ ਆ ਪਲਾਸਟਿਕ 'ਤੇ, ਤਾਂ ਕਿ ਸਾਨੂੰ ਜ਼ਰੂਰਤ ਆ ਕਿ ਜੋ ਰਿਡਿਊਸ ਕਰਨਾ ਆ ਪਲਾਸਟਿਕ ਨੂੰ, ਪਲਾਸਟਿਕ ਵੇਸਟ ਨੂੰ, ਅਤੇ ਪਲਾਸਟਿਕ ਪ੍ਰੋਸੈਸਿੰਗ ਵਗੈਰਾ ਉੱਤੇ ਵੀ ਅਸੀਂ ਫੋਕਸ ਕਰਨਾ ਆ, ਤਾਂ ਕਿ ਅਸੀਂ ਰੀਯੂਜ਼ ਕਰ ਸਕੀਏ ਅਤੇ ਜੋ ਜ਼ੀਰੋ ਵੇਸਟੇਜ ਆ ਉਹਨੂੰ ਅਸੀਂ ਅਚੀਵ ਕਰ ਸਕੀਏ। ਕਲੀਅਰ ਹੈ ਜੀ। ਇਹਦੇ ਵਿੱਚ ਜਿਹੜੇ ਕੁਝ ਇੰਡੀਕੇਟਰਸ ਨੇ ਉਹ ਇਸ਼ੂ ਕੀਤੇ ਗਏ ਨੇ, ਜਿਵੇਂ ਕਿ ਆਪਣੇ ਕੋਲ ਹੈਗਾ ਜੀ ਓਪਨ ਯੂਰੀਨੇਸ਼ਨ, ਉਹ ਹੈਗਾ ਆਪਣੇ ਕੋਲ ਯੈਲੋ ਸਪੌਟ, ਅਤੇ ਓਪਨ ਸਪਿਟਿੰਗ ਜਿਹੜਾ ਥੁੱਕਣਾ ਵਗੈਰਾ ਉਹ ਹੈਗਾ ਆਪਣੇ ਕੋਲ ਰੈੱਡ ਸਪੌਟ। ਇਹ ਵੀ ਯਾਦ ਰੱਖਣਾ ਕਿ ਜੋ ਓਪਨ ਯੂਰੀਨੇਸ਼ਨ ਆ, ਮਤਲਬ ਖੁੱਲ੍ਹੇ ਦੇ ਵਿੱਚ ਪਿਸ਼ਾਬ ਕਰਨਾ, ਉਹ ਯੈਲੋ ਸਪੌਟ ਆ, ਐਂਡ ਰੈੱਡ ਸਪੌਟ ਕੀ ਆਪਣੇ ਕੋਲ ਓਪਨ ਸਪਿਟਿੰਗ, ਖੁੱਲ੍ਹੇ ਵਿੱਚ ਥੁੱਕਣਾ। ਇਹ ਆਪਣੇ ਕੋਲ 2 ਇੰਡੀਕੇਟਰਸ ਆ ਜਿਹੜੇ ਅਸੀਂ ਧਿਆਨ 'ਚ ਰੱਖਣੇ ਆ ਜੀ। ਚਲੋ ਨੈਕਸਟ ਆਪਣੇ ਕੋਲ ਹੈਗਾ ਜੀ ਬੋਂਗੋ ਸਾਗਰ ਐਕਸਰਸਾਈਜ਼। ਜਿਹੜੀ ਇਹ ਐਕਸਰਸਾਈਜ਼ 3rd ਐਕਸਰਸਾਈਜ਼ ਆ, ਜੋ ਕਿ ਨੇਵਲ ਐਕਸਰਸਾਈਜ਼ ਆ, ਮਤਲਬ ਜੋ ਨੇਵੀਜ਼ ਨੇ ਕਿਹਦੀਆਂ ਇੰਡੀਆ ਅਤੇ ਬੰਗਲਾਦੇਸ਼ ਦੀਆਂ ਦੋਨੋਂ ਮਿਲ ਕੇ ਇਹ ਐਕਸਰਸਾਈਜ਼ ਕਰ ਰਹੀਆਂ ਨੇ। ਠੀਕ ਹੈ, ਇਹ ਹੋ ਰਹੀ ਆ ਬੰਗਲਾਦੇਸ਼ ਦੇ ਪੋਰਟ 'ਤੇ ਮੋਂਗਲਾ ਪੋਰਟ। ਬਹੁਤ ਇੰਪੋਰਟੈਂਟ ਆ, ਐਕਸਰਸਾਈਜ਼ ਦਾ ਨਾਮ ਯਾਦ ਰੱਖਣਾ ਆਪਾਂ, ਅਤੇ ਕਿਹੜੀਆਂ ਕੰਟਰੀ ਦੇ ਵਿੱਚ ਆ ਉਹ ਵੀ ਯਾਦ ਰੱਖਣਾ। ਹੁਣ ਆਪਾਂ ਦੇਖਦੇ ਹਾਂ ਜੀ ਬੰਗਲਾਦੇਸ਼ ਆ ਰਿਹਾ ਆਪਣੇ ਕੋਲ, ਬੰਗਲਾਦੇਸ਼ ਕੰਟਰੀ, ਇਹਦੀ ਕੈਪੀਟਲ ਹੈਗੀ ਆ ਢਾਕਾ। ਇਹ ਇੰਡੀਆ ਦੇ ਸੈਂਟਰ ਦੇ ਵਿੱਚ ਆਉਂਦਾ। ਠੀਕ ਹੈ, ਅਤੇ ਜਿਹੜੇ ਪੋਰਟ ਦੀ ਗੱਲ ਆ ਉਹ ਹੈਗਾ ਆਪਣੇ ਕੋਲ ਮੋਂਗਲਾ ਪੋਰਟ ਆ ਰਿਹਾ ਜੀ। ਠੀਕ ਹੈ, ਇਹ ਵੀ ਆਪਾਂ ਦੇਖਣਾ ਆ। ਹੁਣ ਆਪਾਂ ਥੋੜ੍ਹਾ ਜਿਹਾ ਬੰਗਲਾਦੇਸ਼ ਦੇ ਬਾਰੇ ਦੇਖ ਲਈਏ, ਅਤੇ ਇਹ ਵੀ ਦੇਖ ਲਈਏ ਕਿ ਜਿਹੜੀ ਇਹ ਆਪਣੇ ਕੋਲ ਐਕਸਰਸਾਈਜ਼ ਹੈ ਐਨੂਅਲ ਐਕਸਰਸਾਈਜ਼ ਆ। 2nd ਐਡੀਸ਼ਨ ਇਹਦਾ 2020 ਦੇ ਵਿੱਚ ਹੋਇਆ ਸੀਗਾ, ਅਤੇ ਹੁਣ ਆਪਣੇ ਕੋਲ 3rd ਐਡੀਸ਼ਨ ਇਹਦਾ ਹੋਇਆ। ਠੀਕ ਹੈ, ਉਸ ਤੋਂ ਬਾਅਦ ਆਪਣੇ ਕੋਲ ਹੈਗਾ ਜੀ ਇੰਡੀਆ ਦਾ ਮੈਪ, ਇਹਦੇ ਵਿੱਚ ਆ ਰਿਹਾ ਆਪਣੇ ਕੋਲ ਬੰਗਲਾਦੇਸ਼। ਹੁਣ ਬੰਗਲਾਦੇਸ਼ ਨਿਊਜ਼ ਦੇ ਵਿੱਚ ਆ, ਇਸ ਕਰਕੇ ਆਪਾਂ ਇਹਦੀਆਂ ਨਾਲ ਲੱਗਦੀਆਂ ਇੰਡੀਆ ਦੀਆਂ ਸਟੇਟ ਕਿਹੜੀਆਂ ਨੇ, ਜਿਵੇਂ ਕਿ ਵੈਸਟ ਬੰਗਾਲ ਹੈਗਾ ਆਪਣੇ ਕੋਲ, ਅਸਮ ਹੈਗਾ ਆ ਜੀ, ਮੇਘਾਲਿਆ ਹੈਗਾ, ਤ੍ਰਿਪੁਰਾ ਅਤੇ ਮਿਜ਼ੋਰਮ, ਇਹ ਵੀ ਆਪਾਂ ਯਾਦ ਰੱਖਣਾ। ਅਤੇ ਉਹਦੇ ਨਾਲ ਆਪਾਂ ਇਹ ਵੀ ਦੇਖਣਾ ਆ ਕਿ ਹੋਰ ਕੋਈ ਜਿਹੜੀ ਵਾਟਰ ਬੋਡੀ ਇਹਦੇ ਨਾਲ ਲੱਗਦੀ ਆ, ਬੇ ਆਫ ਬੰਗਾਲ ਲੱਗਦੀ ਆ, ਅਤੇ ਇੰਟਰਨੈਸ਼ਨਲ ਕੰਟਰੀ ਬੰਗਲਾਦੇਸ਼ ਦੇ ਨਾਲ ਕਿਹੜੀ ਲੱਗਦੀ ਹੈਗੀ ਆ ਜੀ, ਮਿਆਂਮਾਰ। ਠੀਕ ਹੈ, ਇੱਦਾਂ ਦੀਆਂ ਗੱਲਾਂ ਤੁਸੀਂ ਧਿਆਨ 'ਚ ਰੱਖਣੀਆਂ। ਅਤੇ ਇਹ ਵੀ ਦੇਖਣਾ ਆਪਣੀਆਂ ਜਿਹੜੀਆਂ ਇਹ ਸਟੇਟਸ ਨੇ ਜਾਂ ਆਪਣੀਆਂ ਸਟੇਟਸ ਜਿਹੜੀਆਂ ਇਹਦੇ ਨਾਲ ਲੱਗਦੀਆਂ ਨੇ, ਕਿ ਉਹ ਹੋਰ ਕਿਸੇ ਕੰਟਰੀ ਨਾਲ ਵੀ ਲੱਗਦੀਆਂ ਆ। ਹਾਂਜੀ, ਜਿਵੇਂ ਮਿਜ਼ੋਰਮ ਦੀ ਗੱਲ ਕਰੀਏ ਤਾਂ ਉਹ ਬੰਗਲਾਦੇਸ਼ ਦੇ ਨਾਲ ਵੀ ਬਾਰਡਰ ਸ਼ੇਅਰ ਕਰ ਰਹੀ ਹੈ, ਅਤੇ ਮਿਆਂਮਾਰ ਦੇ ਨਾਲ ਵੀ। ਆਪਾਂ ਗੱਲ ਕਰੀਏ ਅਸਮ ਦੀ, ਅਸਮ ਭੂਟਾਨ ਦੇ ਨਾਲ ਵੀ ਆਪਣਾ ਬਾਰਡਰ ਸ਼ੇਅਰ ਕਰ ਰਹੀ ਆ, ਅਤੇ ਬੰਗਲਾਦੇਸ਼ ਦੇ ਨਾਲ ਵੀ। ਉਹਦੇ ਬਾਅਦ ਆਪਣੇ ਕੋਲ ਹੈਗਾ ਜੀ ਵੈਸਟ ਬੰਗਾਲ। ਵੈਸਟ ਬੰਗਾਲ ਬੰਗਲਾਦੇਸ਼ ਦੇ ਨਾਲ ਵੀ ਬਾਰਡਰ ਸ਼ੇਅਰ ਕਰ ਰਿਹਾ ਆ, ਨੇਪਾਲ ਦੇ ਨਾਲ ਵੀ ਅਤੇ ਭੂਟਾਨ ਦੇ ਨਾਲ ਵੀ।
इदां दे भी क्वेश्चन बनते होंगे कि कोई इदां दी स्टेट वगैरह जिहड़ियां 2 तो ज़्यादा इंटरनैशनल कंट्री दे नाल बॉर्डर शेयर करदियां आ, वो भी असीं ध्यान च रखना। मैप नूं तां प्रॉपर पढ़ लिओ जी, बहुत इंपॉर्टेंट आ। क्वेश्चन है इत्थे थोड़े जी, एक इंडिया दे विच दी लाइन क्रॉस करदी है जी इत्थों दी, ठीक है जी। उस लाइन का नाम की आ, 23.5 डिग्री नॉर्थ चों पास करदी आ, एंड नाल दी नाल तुसीं ये दसना कि वो इंडिया दियां किहड़ियां स्टेट दे विचों पास करदी है, ठीक है। स्टेट्स के नाम भी दसने आ ते उस लाइन का नाम भी दसना जो कि इत्थों की पास करती है। क्लू मैं थोनू दे दिता जी। चलो नैक्सट अपने को रैट्स मीटिंग। रैट्स मीटिंग की आ, एंटी टैररिस्ट स्ट्रक्चर, जिहदी फुल फॉर्म हैगी अपने को जी रीजनल एंटी टैररिस्ट स्ट्रक्चर रैट्स। इहदी मीटिंग हुई आ हुणे हुणे 3 डे की मीटिंग चली आ, जो कि शंघाई कॉरपोरेशन का एक फ्रेमवर्क आ। मतलब जिहड़ा रीजनल एंटी टैररिस्ट स्ट्रक्चर आ, SCO रीजन अपने शंघाई कॉरपोरेशन ऑर्गेनाइजेशन का ही पार्ट आ, ठीक है जी। यदि मीटिंग हुई आ, जे आप मेजर एजेंडे की गल करिए तो यह सब तो बड़ा एजेंडा की है कि जो अफगानिस्तान के तालीबान ने रूल किया, उहदे करके जो टैररिस्ट का थ्रैट आ उन्होंने असीं किवें कंट्रोल करना, उत्ते इहदी गल हुई आ। ते जो मेन परपज़ इहदा की आ, स्ट्रैंथन करना सी सिक्योरिटीज़ नूं, ते जो अपने को टैररिज्म आ उन्होंने घटाउणा, ठीक है। रैट के बारे थोड़ा देख लीए। जो रैट्स आ, जिवें मैं पहलां भी दस के हटिया कि SCO की एक बॉडी आ, एक परमानेंट बॉडी है SCO की। SCO की है जी साडे कोल शंघाई कॉरपोरेशन ऑर्गेनाइजेशन, ठीक है। तो इहदा एम की आ, असीं काउंटर करना जो एक्सट्रीमिज्म आ, टैररिज्म आ जां सैपरेटिज्म आ, उन्होंने खत्म करना। जो लोगों के नफरत आ उन्होंने खत्म करके ब्रदरहुडनैस की सोसाइटी ते फीलिंग लैके आउणी। इहदा हैडकुआटर सानूं मिलदा जी ताशकंद उज़बेकिस्तान दे विच। ये बहुत इंपॉर्टेंट आ। हुण अपने को SCO शंघाई कॉरपोरेशन ऑर्गेनाइजेशन भी बार बार इहदा नाम आ रहा है कि आप इहनूं देखदे हां एक परमानेंट इंटर गौरमेंटल इंटरनैशनल ऑर्गेनाइजेशन है, जिहदे विच कि यूरेशियन कंट्रीज़ ने, ठीक है। इहदा सैक्रैटरीएट कित्थे साडे कोले बीजिंग दे विच। बहुत इंपॉर्टेंट है जी। चलो अगे चलते हैं। ਇਹਦਾ एम की आ, एम ये कि जो भी ये एरिया अपने को यूरेशिया वाला ਉਹਦੇ ਵਿੱਚ ਅਸੀਂ पीस मेनटेन करके रखनी आ, सिक्योरिटी बना के रखनी आ, ते स्टेबिलिटी बना के रखनी आ इस रीजन ਦੇ ਵਿੱਚ। ਕਿਹੜੇ ਰੀजन की गल कर रहे हैं ਆਪਾਂ? यूरेशिया वाले रीजन की। ਇਹ ਜਿਹੜੀ SCO ਹੈ ਕਦੋਂ ਬਣੀ ਸੀਗੀ? 1996 ਦੇ ਵਿੱਚ ਬਣੀ ਸੀਗੀ। ਸਭ ਤੋਂ ਪਹਿਲਾਂ ਉਸ ਟਾਈਮ ਤੇ 5 ਕੰਟਰੀਜ਼ ਸੀਗੀਆਂ ਇਹਦੇ ਮੈਂਬਰ, ਨੂੰ ਉਦੋਂ ਸ਼ੰਘਾਈ 5 ਕਹਿੰਦੇ ਸੀਗੇ। ਲੇਕਿਨ ਉਸ ਤੋਂ ਬਾਅਦ ਇਹਦੇ ਵਿੱਚ ਕੁਝ ਹੋਰ ਵੀ ਮੈਂਬਰ ਐਡ ਹੋ ਗਏ, ਤੇ 2002 ਦੇ ਵਿੱਚ ਇਹਦਾ ਨਾਮ ਰੱਖ ਦਿੱਤਾ ਗਿਆ SCO ਸ਼ੰਘਾਈ ਕੌਰਪੋਰੇਸ਼ਨ ਆਰਗੇਨਾਈਜੇਸ਼ਨ, ਕਿਉਂਕਿ ਇਹਦੇ ਵਿੱਚ ਕਾਫੀ ਸਾਰੇ ਹੋਰ ਮੈਂਬਰ ਵੀ ਐਡ ਹੋ ਗਏ ਸੀਗੇ। जो इंडिया ते पाकिस्तान आ पहला ये ऑबजरवर मैंबर सीगे, लेकिन 2017 ਦੇ ਵਿੱਚ ਇਹਦੇ ਉਹ परमानेंट ते फुल मैंबर बन गए। तो इट मीनस एट प्रेजेंट ਸਾਡੇ ਕੋਲ शंघाई कॉरपोरेशन का इंडिया ते पाकिस्तान दोनों के दोनों की है जी फुल मैंबर ने, ठीक है। जे आप मैंबरस की गल करिए तो एट प्रेजेंट ये टोटल 9 मैंबर ने। ये भी तुसीं याद रखना आ। कजाकिस्तान हो गया, चाइना हो गया, किर्गिस्तान हो गया, रशिया हो गया, अपने को तजाकिस्तान हो गया, उज़बेकिस्तान हो गया, इंडिया, ईरान एंड पाकिस्तान, ठीक है। ਤੁਸੀਂ ਅਕਸਰ ਪੜ੍ਹਿਆ ਹੋਊਗਾ ਕਿ ਇਹਦੇ 8 ਮੈਂਬਰ ਹੁੰਦੇ ਸੀਗੇ, ਲੇਕਿਨ ਮੈਂ 9 ਪੜ੍ਹਾ ਰਿਹਾ ਇਸ ਕਰਕੇ ਕਿਉਂਕਿ ਜੋ ਈਰਾਨ ਆ ਉਹਨੂੰ ਹੁਣੇ ਇਹਦੀ ਮੈਂਬਰਸ਼ਿਪ ਮਿਲੀ ਆ, ਠੀਕ ਹੈ। ਤੇ ਯਾਦ ਰੱਖਿਓ ਐਟ ਪ੍ਰੈਜ਼ੈਂਟ ਸਾਡੇ ਕੋਲ 9 ਮੈਂਬਰ ਆ, 8 ਹੁਣ ਗਲਤ ਹੋ ਚੁੱਕਿਆ। ਤੇ ਲੇਟੈਸਟ ਮੈਂਬਰ ਕਿਹੜਾ ਜੀ? ਈਰਾਨ, ਜਿਹਨੇ ਕਿ SCO ਦੀ ਮੈਂਬਰਸ਼ਿਪ ਮਿਲੀ ਹੈ। ਚਲੋ ਜੀ ਹੁਣ ਆਪਾਂ ਮੈਂਬਰਸ ਦੇਖਦੇ ਹਾਂ ਇੱਕ ਮੈਪ ਦੇ ਜ਼ਰੀਏ। ਇਹ ਰਿਹਾ ਆਪਣੇ ਕੋਲੇ ਮੈਪ, ਤੇ ਇਹਦੇ ਵਿੱਚ ਜਿਹੜੇ ਮੈਂਬਰਸ ਨੇ ਫੁੱਲ ਮੈਂਬਰ ਆਪਣੇ ਕੋਲੇ ਕਜ਼ਾਕਿਸਤਾਨ, ਜਿਵੇਂ ਆਪਾਂ ਦੇਖਿਆ ਕਿਰਜ਼ੈਕਿਸਤਾਨ, ਇਹ ਕਜ਼ਾਕਿਸਤਾਨ ਸੀਗਾ, ਕਿਰਜ਼ੈਕਿਸਤਾਨ ਹੋ ਗਿਆ, ਤਜਾਕਿਸਤਾਨ ਹੋ ਗਿਆ, ਉਜ਼ਬੇਕਿਸਤਾਨ ਹੋ ਗਿਆ, चाइना हो गया, इंडिया हो गया, पाकिस्तान, रशिया ते ईरान, ठीक है जी, जो कि ऑबजरवर मैंबर की इतने लिस्ट के लेकिन ये हम शिफ्ट करके इधर आ चुका है। तो जो बाकी बचे ऑबजरवर मैंबर कौन कौन ने? अफगानिस्तान हो गया, बेलारूस ते मंगोलिया, ये ऑबजरवर मैंबर ने। ऑबजरवर मैंबर भी याद रखियो, इतों भी क्वेश्चन कई बार बन जाता। ईरान हुणे दा ऑबजरवर मैंबर नहीं है, वो परमानेंट मैंबर बन चुका, ठीक है। जो आप लैंगुएज की गल करिए तो ये जी ऑफिशियल लैंगुएज आ साडे कोल हैगी जी रशिया ते चाइना। रशियन ते चाइनीज़ दो लैंगुएज ने जो कि बोलियां जांदियां ने SCO दे विच। इहदियां ऑफिशियल लैंगुएज ये दोनों ने, ठीक है। चलो जी, ये सीगा अपना 2 दिन के करंट अफेयर की वीडियो। उम्मीद है तुहानूं काफ़ी हैल्प करेगी। बहुत ही ज़्यादा इंपॉर्टेंट करंट अफेयर ने, बहुत डिटेल दे विच करवाए गए ने, जो कि अजकल UPSC ते PPSC का पैटर्न आ उन्होंने देख के चीज़ां कवर करवा रहे हैं, ठीक है। ओके जी, बाकी कोई भी थोड़ी क्वेरी है UPSC नूं रिलेटेड लैके, PPSC नूं लैके जां PCS नूं लैके ਜਾਂ ਪੰਜਾਬ ਦੇ ਜਿੰਨੇ ਵੀ ਐਗਜ਼ਾਮ ਆਉਣ ਵਾਲੇ ਨੇ ਤਾਂ ਤੁਸੀਂ ਮੈਨੂੰ ਇਸ ਨੰਬਰ 'ਤੇ ਕੰਟੈਕਟ ਕਰ ਸਕਦੇ ਹੋ, ਠੀਕ ਹੈ। ਓਕੇ ਜੀ, ਥੈਂਕ ਯੂ, ਹੈਵ ਅ ਗੁੱਡ ਡੇ।